ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ ਤੇ ਦੋਸਤੋ ਮੈਂ ਹਾਂ ਮੋਹਿਤ ਰੂਬਲ ਤੇ ਅਸੀਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਜਿਸ ਦਾ ਨਾਮ ਹੈ ਜੀ ਅਖਬਾਰਨਾਮਾ। ਸਭ ਤੋਂ ਪਹਿਲਾਂ ਖੈਰ ਸਾਹਿਬ ਅਸੀਂ ਗੱਲ ਕਰਦੇ ਹਾਂ ਦੋ ਵੱਡੇ ਮੁੱਦਿਆਂ ਦੀ ਜਿਸ ਦੀ ਜਿਹੜੀ ਮੈਂ ਕਹਿੰਦਾ ਪੂਰੇ ਭਾਰਤ ਦੀ ਨਿਗਾਹ ਟਿਕੀ ਹੋਈ ਹੈ। ਪਹਿਲਾ ਮੁੱਦਾ ਤੇ ਹੈ ਜੀ ਕਰੋਨਾ ਵਾਇਰਸ ਦਾ, ਦੂਸਰਾ ਮੁੱਦਾ ਹੈ ਕਿਸਾਨੀ ਅਪਡੇਟ ਦਾ, ਕਿਸਾਨ ਅੰਦੋਲਨ ਦਾ, ਜੋ ਕਿ ਇੱਕ ਅਹਿਮ ਦਿਨ ਹੈ ਅੱਜ ਦਾ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰੋਨਾ ਵਾਇਰਸ ਦੀ, ਕਿਉਂਕਿ ਤਕਰੀਬਨ ਜਿਹੜਾ ਸਾਲ ਹੋ ਚੁੱਕਾ ਪੂਰੇ ਭਾਰਤ ਦੇ ਵਿੱਚ ਜਦੋਂ ਤੋਂ ਕਰੋਨਾ ਜਿਹੜੀ ਦਹਿਸ਼ਤ ਹੈ ਭਾਰਤ ਵਿੱਚ ਫੈਲੀ ਹੋਈ ਹੈ। ਲੋਕ ਇਸ ਤੋਂ ਡਰੇ ਨੇ, ਲੋਕਡਾਊਨ ਰਿਹਾ ਵਾ, ਹੌਲੀ ਹੌਲੀ ਅਨਲੌਕ ਹੋਇਆ ਵਾ। ਤੇ ਫਾਈਨਲੀ ਗੱਲ ਕਰੀਏ ਕਿਉਂਕਿ ਜਿਵੇਂ ਬਾਕੀ ਹੋਰ ਦੇਸ਼ਾਂ ਦੇ ਵਿੱਚ ਕਰੋਨਾ ਵੈਕਸੀਨ ਹੈ ਉਸ ਨੂੰ ਅਪਰੂਵਲ ਮਿਲ ਚੁੱਕੀ ਹੈ, ਉੱਥੇ ਟੀਕਾਕਰਨ ਸ਼ੁਰੂ ਵੀ ਹੋ ਚੁੱਕਿਆ। ਸੋ ਸਿਮਿਲਰਲੀ ਭਾਰਤ ਨੇ ਵੀ 2 ਵੈਕਸੀਨੇਸ਼ਨ ਨੂੰ ਅਪਰੂਵਲ ਦੇ ਦਿੱਤੀ ਹੈ, ਜੋ ਕਿ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਵਾਕਈ ਇਹ ਬਹੁਤ ਚੰਗੀ ਗੱਲ ਹੈ ਕਿ ਭਾਰਤ ਦੇ ਵਿੱਚ ਵੀ ਜਿਹੜੀਆਂ 2 ਵੈਕਸੀਨਸ ਨੇ, ਜਿਹਨੂੰ ਆਪਾਂ ਕੋਵੀਸ਼ੀਲਡ ਕਹਿੰਦੇ ਆ, ਜਿਹੜੀ ਇੰਡੀਅਨ ਜਿਹੜਾ ਸੀਰਮ ਇੰਸਟੀਚਿਊਟ ਪੂਨੇ ਆ ਉਹਨਾਂ ਦੇ ਵੱਲੋਂ ਬਣਾਈ ਗਈ ਹੈ ਔਰ ਉਹਨੂੰ ਪ੍ਰਵਾਨਗੀ ਦੇ ਦਿੱਤੀ ਹੈ। ਦੂਸਰੀ ਜਿਹੜੀ ਬਾਇਓਟੈਕ ਕੰਪਨੀ ਹੈ ਉਹਦੇ ਵੱਲੋਂ ਬਣਾਈ ਗਈ ਕੋਵੈਕਸਿਨ ਹੈ ਔਰ ਉਹਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪਰ ਜਦੋਂ ਅਸੀਂ ਗੱਲ ਕਰਦੇ ਹਾਂ ਜਿਹੜੀ ਕੋਵੈਕਸਿਨ ਹੈ ਉਹਦੇ ਜਿਹੜਾ ਪ੍ਰੋਸੀਜਰ ਹੈ ਉਹ ਅਜੇ ਵੀ ਦੇਖਿਆ ਕਿ ਟਵਿੱਟਰ ਜਿਹੜਾ ਹੈ ਬਹੁਤ ਸਾਰੇ ਓਪੋਜੀਸ਼ਨ ਲੀਡਰ ਔਰ ਬਹੁਤ ਸਾਰੇ ਐਕਸਪਰਟਸ ਦੇ ਵੱਲੋਂ ਟਵੀਟ ਕੀਤਾ ਗਿਆ ਕਿ ਇਹਦਾ ਜਿਹੜਾ ਪ੍ਰੋਸੀਜਰ ਹੈ ਹਾਲਾਂਕਿ ਗਵਰਨਮੈਂਟ ਜਿਹੜੀ ਹੈ ਉਹ ਕਲੇਮ ਕਰ ਰਹੀ ਹੈ ਕਿ ਇਹ ਐਮਰਜੈਂਸੀ ਯੂਜ਼ ਹੈ। ਐਮਰਜੈਂਸੀ ਯੂਜ਼ ਕਰਨ ਦੀ ਪ੍ਰਵਾਨਗੀ ਜਿਹੜੀ ਹੈ ਉਹਦਾ ਪ੍ਰੋਸੀਜਰ ਅਲੱਗ ਹੁੰਦਾ ਹੈ ਜਿਹੜਾ ਆਪਾਂ ਨੋਰਮਲ ਨਾਲੋਂ ਕਹਿੰਦੇ ਹਾਂ। ਪਰ ਫਿਰ ਵੀ ਇਹਨਾਂ ਦੇ ਦੇਖੋ ਦੁਨੀਆ ਭਰ ਦੇ ਵਿੱਚ ਚਾਹੇ ਉਹ ਫਾਈਜ਼ਰ ਹੈ, ਚਾਹੇ ਉਹ ਮੋਡਰਨਾ ਹੈ, ਚਾਹੇ ਕੋਈ ਹੋਰ ਵੈਕਸੀਨ ਆ, ਉਹਦੇ ਪੂਰੇ 3 ਟਰਾਇਲ ਕੀਤੇ ਗਏ ਔਰ ਉਸ ਤੋਂ ਬਾਅਦ ਉਹਨਾਂ ਦਾ ਐਫੀਕੈਸੀ ਡਾਟਾ ਜਿਹੜਾ ਕਿ ਇੱਕ ਚੰਗਾ ਡਾਟਾ ਕਹਿ ਲਈਏ ਔਰ 3rd ਟਰਾਇਲ ਦਾ ਡਾਟਾ ਜਿਹੜਾ ਹੈ ਜੇ ਉਹਦਾ ਸਕਾਰਾਤਮਕ ਆਉਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਦਵਾਈ ਜਿਹੜੀ ਹੈ ਐਮਰਜੈਂਸੀ ਯੂਜ਼ਿੰਗ ਦੇ ਲਈ ਪ੍ਰਵਾਨਗੀ ਮਿਲਦੀ ਹੈ ਉਹਨੂੰ। ਪਰ ਇੱਥੇ ਦੇਖਿਆ ਜਾਵੇ ਤਾਂ ਜਿਹੜੀ ਆਪਾਂ ਕਹਿ ਲਈਏ ਕੋਵਿਡਸ਼ੀਲਡ ਹੈ ਜਿਹੜੀ ਸੀਰਮ ਇੰਸਟੀਚਿਊਟ ਦੀ ਹੈ ਉਹਦੀ ਤਾਂ ਪੂਰੇ 3 ਟਰਾਇਲ ਹੋਏ ਨੇ। ਪਰ ਜਦੋਂ ਅਸੀਂ ਕੋਵੈਕਸਿਨ ਦੀ ਗੱਲ ਕਰਦੇ ਹਾਂ ਉਹਨਾਂ ਦੀ ਜਿਹੜੀ ਹੈ ਉਹਦੇ ਹਲੇ ਪੂਰੇ ਤੀਸਰੇ ਟਰਾਇਲ ਦਾ ਜਿਹੜਾ ਡਾਟਾ ਹੈ ਉਹ ਸਾਡੇ ਤੱਕ ਸਾਹਮਣੇ ਨਹੀਂ ਆਇਆ। ਫਿਰ ਅਸੀਂ ਇਹ ਕਿਵੇਂ ਹਿਸਾਬ ਲਾ ਸਕਦੇ ਹਾਂ ਕਿ ਇਹ ਵੈਕਸੀਨ ਜਿਹੜੀ ਹੈ ਉਹ ਐਮਰਜੈਂਸੀ ਯੂਜ਼ ਦੇ ਲਈ ਵੀ ਠੀਕ ਹੈ। DCGI ਤੋਂ ਜਦੋਂ ਸਵਾਲ ਪੁੱਛੇ ਜਾਂਦੇ ਨੇ, ਲਗਾਤਾਰ ਉਹਨਾਂ ਦੇ ਚੀਫ ਤੋਂ ਸਵਾਲ ਪੁੱਛੇ ਜਾਂਦੇ ਨੇ ਤੇ ਉਹ ਕੰਨੀ ਕਤਰਾਉਂਦੇ ਨੇ ਔਰ ਉਹ ਬੜੇ ਜਿਵੇਂ ਕਹਿ ਲਈਏ ਕਿ ਐਵੇਂ ਐਕਸਕਿਊਜ਼ ਦੇਈ ਜਾ ਰਹੇ ਨੇ ਕਿ ਇਸ ਕਰਕੇ ਹੈ, ਉਸ ਕਰਕੇ ਹੈ। ਪਰ ਦੇਖੋ ਤੁਸੀਂ ਜਿਹੜਾ ਹੈ ਐਡੀ ਦੁਨੀਆ ਦੇ ਉੱਤੇ ਯਾਨੀ ਕਿ 130 ਕਰੋੜ ਤੋਂ ਵੱਧ ਲੋਕ ਅਸੀਂ, ਔਰ ਤੁਸੀਂ ਜਦੋਂ ਉਹਨਾਂ ਨੂੰ ਇਹ ਕੋਵਿਡ ਵੈਕਸੀਨ ਦੇ ਰਹੇ ਹੋ ਤਾਂ ਫਿਰ 3rd ਟਰਾਇਲ ਤੋਂ ਬਾਅਦ ਕਿਉਂ ਨਹੀਂ ਦੇ ਰਹੇ? ਚਾਹੇ ਕਿੱਡੀ ਵੀ ਐਮਰਜੈਂਸੀ ਹੋਵੇ, ਕਿਉਂਕਿ 1 ਸਾਲ ਤੋਂ ਬਾਅਦ ਟਾਈਮ ਹੋ ਗਿਆ ਅਸੀਂ ਇਸ ਬਿਮਾਰੀ ਦੇ ਨਾਲ ਲੜ ਰਹੇ ਹਾਂ। ਪਰ ਇਹ ਬਿਲਕੁਲ ਠੀਕ ਨਹੀਂ ਹੈ। ਸ਼ਸ਼ੀ ਥਰੂਰ ਹੁਣਾਂ ਨੇ ਟਵੀਟ ਕੀਤਾ ਹੈ, ਉਸ ਤੋਂ ਬਾਅਦ ਅਖਿਲੇਸ਼ ਯਾਦਵ ਹੁਣਾਂ ਦਾ ਚਲੋ ਟਵੀਟ ਹੈ ਜਿਹੜਾ ਉਹਦੇ ਬਾਰੇ ਤਾਂ ਅਸੀਂ ਗੱਲ ਵੀ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਤਾਂ ਬਾਹਲਾ ਹੀ ਜਿਹੜਾ ਹੈ ਰਾਜਨੀਤਿਕ ਰੰਗ ਦੇ ਦਿੱਤਾ ਇਸ ਨੂੰ। ਪਰ ਜਿਹੜਾ ਸ਼ਸ਼ੀ ਥਰੂਰ ਹੁਣਾਂ ਨੇ ਕੀਤਾ ਹੈ ਉਹ ਇੱਕ ਚੰਗਾ ਟਵੀਟ ਹੈ। ਉਹ ਸਵਾਲ ਪੁੱਛਿਆ ਵੀ ਜਾਣਾ ਚਾਹੀਦਾ ਹੈ ਕਿ ਜਿਹੜਾ 3rd ਟਰਾਇਲ ਜਿਹੜਾ ਹੈ ਉਹਦਾ ਜਿਹੜਾ ਡਾਟਾ ਹੈ, ਐਫੀਕੈਸੀ ਡਾਟਾ ਜਿਹੜਾ ਹੈ ਉਹ ਕਿਉਂ ਨਹੀਂ ਅਜੇ ਤੱਕ ਸ਼ੇਅਰ ਕੀਤਾ ਗਿਆ? ਕਿਉਂਕਿ ਉਹ ਸ਼ੇਅਰ ਕੀਤਾ ਜਾਵੇ ਲੋਕਾਂ ਦੇ ਨਾਲ, ਕਿਉਂਕਿ ਤੁਸੀਂ ਲੋਕਾਂ ਦੇ ਲਾ ਰਹੇ ਹੋ, ਰਿਸਕ ਹੁੰਦਾ ਇੱਕ ਚੀਜ਼ ਦਾ। ਸੋ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਇਹਨੂੰ ਰੋਲ ਆਊਟ ਕਰਨ ਤੋਂ ਪਹਿਲਾਂ ਕਿ ਉਹ ਡਾਟਾ ਜਿਹੜਾ ਹੈ ਲੋਕਾਂ ਦੇ ਪ੍ਰਤੱਖ ਕੀਤਾ ਜਾਵੇ। ਜਿਹੜੇ ਸਾਡੇ ਸਿਹਤ ਮਿਨਿਸਟਰ ਨੇ ਹਰਸ਼ਵਰਧਨ ਜੀ, ਉਹ ਕਹਿੰਦੇ ਨੇ ਕਿ ਜੀ ਇਹ ਤਾਂ ਐਮਰਜੈਂਸੀ ਦੇ ਲਈ ਹੈ, ਇਹ ਇੱਕ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਪਲਾਨ B ਆ। ਪਰ ਜੇ ਪਲਾਨ B ਵੀ ਆ ਤਾਂ ਪਲਾਨ B ਦਾ ਮਤਲਬ ਇਹ ਥੋੜੀ ਕਿ ਤੁਸੀਂ ਬਿਨਾਂ ਡਾਟਾ ਜਿਹੜਾ ਪ੍ਰੂਵਡ ਡਾਟਾ ਹੈ ਉਸ ਤੋਂ ਬਿਨਾਂ ਤੁਸੀਂ ਕਿਸੇ ਚੀਜ਼ ਨੂੰ ਲਾਗੂ ਕਰ ਦਿਓ। ਜੀ ਖੈਰ ਸਾਹਿਬ, ਜੇਕਰ ਗੱਲ ਕਰੀ ਜਾਏ ਬਾਕੀ ਹੋਰ ਦੇਸ਼ਾਂ ਦੀ ਤਾਂ ਹਰ ਦੇਸ਼ ਦੇ ਵਿੱਚ ਜਿਹੜੀ ਵੀ ਹਜੇ ਤੱਕ ਵੈਕਸੀਨੇਸ਼ਨ ਜਿਹੜੀ ਸਾਹਮਣੇ ਆਈ ਹੈ ਉਹ ਸਾਰੀਆਂ ਐਮਰਜੈਂਸੀ ਯੂਜ਼ ਵਾਸਤੇ ਹੀ ਆਈਆਂ ਨੇ, ਠੀਕ ਹੈ ਨਾ। ਸੋ ਇਹਦੇ 'ਚ ਕੋਈ ਵੱਡੀ ਸਾਨੂੰ ਵੱਖਰੀ ਗੱਲ ਨਹੀਂ ਕੀ ਹੈ ਕਿ ਹਾਂ ਵੀ ਪਲਾਨ A ਆ, ਪਲਾਨ B ਆ। ਬੇਸਿਕਲੀ ਇਹਨਾਂ ਨੇ ਜਿਹੜੀ ਵੈਕਸੀਨੇਸ਼ਨ ਹੈ ਸਭ ਤੋਂ ਪਹਿਲਾਂ ਦੇਣੀ ਹੈ ਸਾਡੇ ਫਰੰਟ ਲਾਈਨਰਸ ਨੂੰ, ਹੈ ਨਾ, ਜਿਹੜੇ ਸਾਡੇ ਡਾਕਟਰਸ ਨੇ ਜਾਂ ਹੋਰ ਜਿਹੜੀ ਸਾਡੀ ਸੇਵਾਵਾਂ ਨਿਭਾ ਰਹੇ ਨੇ ਫਰੰਟ 'ਤੇ ਖੜ੍ਹ ਕੇ, ਪਹਿਲਾਂ ਉਹਨਾਂ ਨੂੰ ਦਿੱਤੀ ਜਾਏਗੀ। ਪਰ ਜਿਵੇਂ ਕਿ ਜਿਹੜੀ ਓਪੋਜੀਸ਼ਨ ਹੈ ਜੋ ਕਿ ਸਵਾਲ ਜਿਹੜਾ ਚੁੱਕਣਾ ਬਣਦਾ ਹੈ, ਸਵਾਲ ਆਪਣਾ ਚੁੱਕ ਵੀ ਰਹੀ ਹੈ, ਆਪਣਾ ਸਹੀ ਜਿਹੜਾ ਮੈਂ ਕਹਿੰਦਾ ਜਿਹੜਾ ਥਾਂ ਹੈ ਉਹ ਪੇਸ਼ ਕਰ ਰਹੀ ਹੈ। ਸੋ ਸੇਮ ਟਾਈਮ 'ਤੇ ਜਿਵੇਂ ਅਮਰੀਕਾ ਜਾਂ ਹੋਰਾਂ ਦੇਸ਼ਾਂ ਦੀ ਗੱਲ ਕਰੀਏ, ਦੁਬਈ ਦੀ ਗੱਲ ਕਰੀਏ, ਕੈਨੇਡਾ ਦੀ ਗੱਲ ਕਰੀਏ, ਤਾਂ ਉੱਥੋਂ ਜਿਹੜੇ ਸਰਮਾਏਦਾਰ ਨੇ, ਜਿਹੜੇ ਵੱਡੇ ਨੇਤਾ ਨੇ, ਈਵਨ ਉੱਥੇ ਤਾਂ ਰਾਸ਼ਟਰਪਤੀ ਜਿਹੜੇ ਨੇ ਚੁਣੇ ਜਾ ਰਹੇ ਨੇ, ਉਹਨਾਂ ਨੇ ਵੀ ਵੈਕਸੀਨੇਸ਼ਨ ਮੈਂ ਕਹਿੰਦਾ ਲੋਕਾਂ ਦੇ ਸਾਹਮਣੇ ਲਈ ਹੈ। ਸੋ ਜੇਕਰ ਤੁਸੀਂ ਭਾਰਤ ਵਿੱਚ ਵੀ ਸੇਮ ਚੀਜ਼ ਚਾਹੁੰਦੇ ਹੋ ਕਿ ਹਾਂ ਵੀ ਲੋਕਾਂ ਦਾ ਵਿਸ਼ਵਾਸ ਬਣੇ, ਤਾਂ ਜੇਕਰ ਤੁਸੀਂ ਇਸ ਨੂੰ ਪਰਮਿਸ਼ਨ ਦਿੱਤੀ ਆ, ਹੈ ਨਾ, ਤੁਹਾਨੂੰ ਖੁਦ ਵੀ ਅੱਗੇ ਆ ਕੇ ਉਹ ਵੈਕਸੀਨੇਸ਼ਨ ਹੈ ਉਹ ਲੈਣੀ ਪਵੇਗੀ। ਜਿਵੇਂ ਕਿ ਜਿਹੜੇ ਹੁਣ ਸਾਡੇ ਜਿਹੜੇ ਉਹ ਨੇ ਹੈਲਥ ਮਿਨਿਸਟਰ ਨੇ, ਠੀਕ ਹੈ, ਡਾਕਟਰ ਹਰਸ਼ਵਰਧਨ, ਠੀਕ ਹੈ, ਜੋ ਕਹਿੰਦੇ ਨੇ ਕਿ ਹਾਂ ਵੀ ਜਿਹੜੀ ਮੈਡੀਸਿਨ ਹੈ ਉਹ ਬਿਲਕੁਲ ਸਹੀ ਮੈਡੀਸਿਨ ਹੈ ਐਂਡ ਜੀ ਇਸ ਦੇ ਰਿਜ਼ਲਟ ਨੇ ਬੜੇ ਚੰਗੇ ਨੇ। ਸੋ ਠੀਕ ਹੈ ਜੀ, ਜਦੋਂ ਅਪਰੂਵਲ ਮਿਲ ਹੀ ਗਈ ਹੈ ਤਾਂ ਤੁਸੀਂ ਵੀ ਇੱਕ ਵਾਰੀ ਫਿਰ ਲਾਈਵ ਹੋ ਕੇ ਸੋਸ਼ਲ ਮੀਡੀਆ ਜਾਂ ਫਿਰ ਪੂਰਾ ਆਪਣੇ ਨੈਸ਼ਨਲ ਮੀਡੀਆ 'ਤੇ ਲਾਈਵ ਹੋ ਕੇ ਦਿਖਾ ਦਿਓ, ਆਪਣੇ ਲਵਾ ਲਓ, ਫਿਰ ਲੋਕਾਂ ਨੂੰ ਥੋੜ੍ਹਾ ਵਿਸ਼ਵਾਸ ਹੋ ਜਾਊਗਾ। ਨਹੀਂ ਮਯੂਰ ਜੀ, ਦੇਖੋ ਸਾਡੇ ਇੱਥੇ ਪ੍ਰੋਸੀਜਰ ਕੁਛ ਹੋਰ ਹੈ। ਸਾਡੇ ਇੱਥੇ ਪਹਿਲੀ ਜਿਹੜੀ ਫਰੰਟ ਲਾਈਨ ਜਿਹੜੀ ਆ ਉਹ 3 ਕਰੋੜ ਉਹਨਾਂ ਲੋਕਾਂ ਦੀ ਆ ਜਿਹੜੇ ਲਗਾਤਾਰ ਇਸ ਦੇ ਨਾਲ ਲੜ ਰਹੇ ਨੇ। ਸੋ ਉਹ ਤਾਂ ਸਵਾਲ ਹੀ ਨਹੀਂ ਉੱਠ ਰਿਹਾ
ਦੇਖੋ ਜੇ ਅਸੀਂ ਫਾਈਜ਼ਰ ਦੀ ਗੱਲ ਕਰ ਲਈਏ ਤਾਂ ਸਾਨੂੰ ਪਤਾ ਹੈ ਕਿ ਕਿੰਨੇ ਪ੍ਰਤੀਸ਼ਤ ਜਿਹੜੀ ਹੈ ਉਹ ਸਹੀ ਐਕੂਰੇਸੀ ਉਹਦੀ ਹੈ ਜਿਹਨੂੰ ਤੇ ਫਿਰ ਜੇ ਸਾਨੂੰ ਉਸ ਤੋਂ ਪਿੱਛੇ ਚਲੇ ਜਾਈਏ ਤਾਂ ਸਾਨੂੰ ਇਹ ਵੀ ਪਤਾ ਕਿ ਉਹਦਾ ਐਫੀਕੇਸੀ ਡਾਟਾ ਕੀ ਹੈ, ਯਾਨੀ ਕਿ ਉਹ ਡਾਟਾ ਜਿਹੜਾ ਲੋਕਾਂ ਦੇ ਉੱਤੇ ਟ੍ਰਾਇਲ ਤੇ ਲਾਇਆ ਸੀ ਉਹਦਾ ਰਿਜ਼ਲਟ ਕੀ ਹੈ। ਜੇ ਅਸੀਂ ਇੱਦਾਂ ਮੋਡਰਨਾ ਦੀ ਗੱਲ ਕਰ ਲਈਏ ਤੇ ਸਾਡੇ ਕੋਲੇ ਉਹਦਾ ਵੀ ਡਾਟਾ ਹੈ। ਬ੍ਰਿਟੇਨ ਵਾਲੇ ਜੇ ਐਸਟਰਾਜ਼ੈਨੇਕਾ ਦੀ ਗੱਲ ਕੀਤੀਏ ਤੇ ਉਹਦਾ ਵੀ ਡਾਟਾ ਸਾਡੇ ਕੋਲੇ ਹੈ ਕਿ ਉਹ ਕਿੰਨੀ ਉਹਦਾ ਐਫੀਕੇਸੀ ਹੈ ਤੇ ਕਿੰਨਾ ਹੁਣ ਉਹ ਜਿਹੜਾ ਠੀਕ ਕਰ ਰਹੀ ਹੈ ਲੋਕਾਂ ਨੂੰ। ਸੋ ਇਹ ਕਿਤੇ ਨਾ ਕਿਤੇ ਪ੍ਰੋਸੀਜਰ ਆ, ਸਟੈਂਡਰਡ ਪ੍ਰੋਸੀਜਰ ਆ। ਜੇ ਅਸੀਂ ਦੇਖਿਆ ਸਵੇਰ ਦੀਆਂ ਇੰਟਰਵਿਊ ਚੱਲ ਰਹੀਆਂ ਸੀਗੀਆਂ, ਆਧਾਰ ਪੂਨਾਵਾਲਾ ਜਿਹੜਾ ਇੰਡੀਅਨ ਸੀਰਮ ਇੰਸਟੀਚਿਊਟ ਦੇ ਜਿਹੜੇ CEO ਨੇ, ਉਹ ਲਗਾਤਾਰ ਕਹਿ ਰਹੇ ਨੇ ਕਿ ਅਸੀਂ ਤਿੰਨੋਂ ਪ੍ਰੋਸੀਜਰ ਕੀਤੇ ਆ, ਐਫੀਕੇਸੀ ਡਾਟਾ ਸਾਡੇ ਕੋਲੇ ਹੈ, ਪਬਲਿਸ਼ ਵੀ ਹੋਇਆ ਐਫੀਕੇਸੀ ਡਾਟਾ। ਸੋ ਦੇਖੋ ਇਹ ਪ੍ਰੋਸੀਜਰ ਹੁੰਦਾ ਹੈ, ਚਾਹੇ ਇਹ ਕਿਤੇ ਨਾ ਕਿਤੇ ਗਵਰਨਮੈਂਟ ਨੂੰ ਸਮਝਣ ਦੀ ਲੋੜ ਹੈ। ਹਰਸ਼ਵਰਧਨ ਹੁਣੀ ਜਿਹੜੇ ਨੇ ਉਹ ਲਗਾਤਾਰ ਆ ਕੇ ਐਵੇਂ ਇਦਾਂ ਦੇ ਬਿਆਨ ਦੇ ਰਹੇ ਨੇ ਜਿਨ੍ਹਾਂ ਦਾ ਕੋਈ ਤੁੱਕ ਨਹੀਂ ਬਣ ਰਿਹਾ ਕਿ ਜੀ ਉਹ ਤਾਂ ਇਸ ਕਰਕੇ ਆ ਕਿ ਅਸੀਂ ਐਮਰਜੈਂਸੀ ਯੂਜ਼ ਲਈ ਰੱਖੀ ਆ। ਫਿਰ ਦੇਖੋ ਸਾਰੇ ਮੁਲਕਾਂ ਨੇ ਇੱਕ ਇੱਕ ਦਵਾਈ ਜਿਹੜੀ ਆ ਉਹ ਕੀਤੀ ਹੋਈ ਆ, ਤੁਸੀਂ ਫਿਰ ਇਸ ਨੂੰ ਕਿਉਂ ਦੋ ਦਵਾਈਆਂ, ਸਾਨੂੰ ਕਿਹੜਾ ਜ਼ਿਆਦਾ ਜ਼ਰੂਰੀ ਸੀ ਕਿ ਅਸੀਂ ਦੋ ਦਵਾਈਆਂ ਨੂੰ ਜਿਹੜਾ ਹੈ ਉਹ ਪ੍ਰਵਾਨਗੀ ਦੇਣੀ ਸੀ ਐਮਰਜੈਂਸੀ ਯੂਜ਼ ਦੇ ਲਈ। ਸੋ ਅਸੀਂ ਵੀ ਤਾਂ ਇੱਕ ਨੂੰ ਦੇ ਸਕਦੇ ਸੀ। ਜੇ ਤੁਹਾਡੇ ਕੋਲੇ ਐਫੀਕੇਸੀ ਡਾਟਾ ਹੈ ਨਹੀਂ ਆ, ਪ੍ਰੋਪਰ ਡਾਟਾ ਨਹੀਂ ਹੈਗਾ, ਵੇਟ ਕਰ ਲਓ ਜਦੋਂ ਐਫੀਕੇਸੀ ਡਾਟਾ ਆਊਗਾ ਉਦੋਂ ਤੁਸੀਂ ਉਸ ਨੂੰ ਪ੍ਰਵਾਨਗੀ ਦੇ ਦਿਓ। ਇਹਦੇ ਵਿੱਚ ਕਿਤੇ ਨਾ ਕਿਤੇ ਇੱਕ ਪੋਲੀਟੀਕਲ ਜਿਹੜਾ ਕਹਿ ਲਈਏ ਕਿ ਮੋਟੀਵੇਸ਼ਨ ਤਾਂ ਹੈ, ਪਰ ਮੈਨੂੰ ਲੱਗਦਾ ਹੈ ਕਿ ਇਹ ਗੱਲ ਜਿਹੜੀ ਹੈ ਇੱਕ ਹੈਲਥ ਮਿਨਿਸਟਰੀ ਜਾਂ ਸਿਹਤ ਦੇ ਵਿਭਾਗ ਦੇ ਵਿੱਚ ਇਹਨੂੰ ਕਿਤੇ ਨਾ ਕਿਤੇ ਇਨੀਸ਼ੀਏਟ ਨਹੀਂ ਕਰਨਾ ਚਾਹੀਦਾ। ਸੋ ਵਾਕਈ ਖਹਿਰਾ ਸਾਹਿਬ, ਜੋ ਆਪੋਜੀਸ਼ਨ ਕੰਮ ਕਰ ਰਹੀ ਹੈ, ਜੇ ਕੋਈ ਸਵਾਲ ਪੁੱਛ ਰਹੀ ਹੈ ਤਾਂ ਉਸ ਦਾ ਪੁੱਛਣਾ ਫਰਜ਼ ਵੀ ਬਣਦਾ, ਆਪਣੀ ਡਿਊਟੀ ਨਿਭਾ ਰਹੀ ਹੈ, ਕਿਉਂਕਿ ਉਹ ਲੋਕਾਂ ਲਈ ਵੀ ਚਲੋ ਚਾਹੇ ਪੋਲੀਟੀਕਲ ਏਜੰਡਾ ਹੋਵੇ, ਠੀਕ ਹੈ, ਭਾਵੇਂ ਪੋਲੀਟੀਕਲ ਏਜੰਡਾ ਹੋਵੇ ਜਾਂ ਭਾਵੇਂ ਆਪਣਾ ਨਿੱਜੀ ਸਵਾਰਥ ਹੋਵੇ, ਜੋ ਵੀ ਆ। ਸੋ ਅਗਰ ਜਿਹੜੇ ਪਾਵਰ 'ਚ ਬੈਠੇ ਨੇ, ਚਾਹੇ ਡਾਕਟਰ ਹਰਸ਼ਵਰਧਨ ਨੇ ਜਾਂ ਹੋਰ ਵੀ ਜਿਹੜੇ ਕੇਂਦਰ 'ਚ ਬੈਠੇ ਨੇ, ਉਹਨਾਂ ਨੂੰ ਸਹੀ ਤਰੀਕੇ ਨਾਲ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਕਿ ਨਹੀਂ ਬਈ ਜੇ ਇਹ ਚੀਜ਼ ਹੋਈ ਹੈ ਤੇ ਐਦਾਂ ਵਾ, ਜੇ ਰਿਜ਼ਲਟ ਹੈਗੇ ਨੇ ਤੇ ਰਿਜ਼ਲਟ ਪੇਸ਼ ਕਰ ਦਿਓ, ਤਾਂ ਜੋ ਲੋਕਾਂ ਦੇ ਮਨ 'ਚ ਜਿਹੜੀ ਸ਼ੰਕਾ ਹੈ, ਜੋ ਸਵਾਲ ਨੇ, ਉਹ ਦੂਰ ਹੋ ਜਾਣ। ਐਂਡ ਸਾਨੂੰ ਜਿਵੇਂ ਕਿ ਮੈਂ ਕਿਹਾ ਕਿ ਪ੍ਰਾਊਡ ਹੋਣਾ ਚਾਹੀਦਾ ਕਿ ਚਲੋ ਆਪਾਂ ਜਿਹੜੀ ਮੈਡੀਸਿਨ ਹੈ ਉਹ ਸਾਡੀ ਆ ਗਈ ਹੈ ਤੇ ਫਰੰਟ ਲਾਈਨਰਸ ਨੂੰ ਦੇਣ ਤੋਂ ਬਾਅਦ ਬਾਕੀ ਲੋਕਾਂ ਨੂੰ ਵੀ ਜਿਹੜੀ ਹੈ ਮਿਲੇਗੀ ਐਂਡ ਸਭ ਕੁਝ ਠੀਕ ਹੋ ਜਾਏਗਾ। ਸੋ ਕਹਿ ਸਕਦੇ ਹਾਂ ਕਿ ਹਾਂ ਵੀ ਸਾਡੀ ਉਮੀਦ ਦੀ ਜਿਹੜੀ ਕਿਰਨ ਹੈ ਉਹ ਇੱਕ ਵਾਰ ਫੇਰ ਜਾਗੀ ਹੈ, ਰੈਗੂਲਰ ਜਿਹੜੀ ਹੈ ਜਾਗ ਰਹੀ ਹੈ। ਨੋ ਡਾਊਟ ਜਿਹੜੀ ਦੂਜੀ ਸਟ੍ਰੇਨ ਹੈ UK ਦੀ, ਉਹ ਵੀ ਥੋੜਾ ਆਪਣਾ ਕਹਿਰ ਮਚਾ ਰਹੀ ਹੈ। UK ਵਿੱਚ ਬਹੁਤ ਸਾਰਾ ਕੇਸ ਜਿਹੜੇ ਨੇ ਉਹ ਲਗਾਤਾਰ ਵੱਧਦੇ ਜਾ ਰਹੇ ਨੇ। ਸੋ ਉੱਥੇ ਤਾਂ ਸਖਤੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਸੋ ਭਾਰਤ ਵਿੱਚ ਵੀ ਜਿਹੜਾ ਕੇਸ ਥੋੜ੍ਹੇ ਜਿਹੇ ਪਿੱਛੇ ਵਾਪਸ ਆਏ ਸੀਗੇ। ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੋ ਆਪਣਾ ਜਿਹੜਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਰੱਖਣਾ ਚਾਹੀਦਾ। ਵਾਕਈ UK ਦੇ ਵਿੱਚ ਜਿਹੜਾ ਹੈ ਉਹ ਲਗਾਤਾਰ ਅਸੀਂ ਦੇਖਿਆ ਕਿ ਜਿਹੜਾ ਨਵਾਂ ਸਟ੍ਰੇਨ ਹੈ, ਮਿਊਟੈਂਟ ਜਿਹੜਾ ਹੈ ਉਹ ਲਗਾਤਾਰ ਫੈਲ ਰਿਹਾ ਹੈ। ਉੱਥੇ ਦੇ ਜਿਹੜੇ ਸਾਬਕਾ ਜਿਹੜੇ ਰਿਟਾਇਰਡ PM ਨੇ ਉਹ ਵੀ ਬਾਰ-ਬਾਰ ਉੱਠ ਕੇ ਕਹਿ ਰਹੇ ਨੇ ਕਿ ਤੁਸੀਂ ਆਪਣੀ ਸਟ੍ਰੈਟਜੀ ਜਿਹੜੀ ਹੈ ਉਹਨੂੰ ਬਦਲੋ। ਪਰ ਕਿਤੇ ਨਾ ਕਿਤੇ ਦੇਖੋ ਅਸੀਂ ਸਾਰੇ ਮੁਲਕਾਂ ਨੇ ਉਹਨਾਂ ਦੇ ਉੱਤੇ ਨਿਗਾਹ ਰੱਖੀ ਹੋਈ ਹੈ, ਲਗਾਤਾਰ ਉੱਥੇ ਸਿਕਿਉਰਿਟੀ ਆ, ਟਾਈਟਨ ਕੀਤਾ ਹੈ, ਬੀਫ ਅਪ ਆ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਇਹ ਕਹਿ ਲਾ ਨਵਾਂ ਮਿਊਟੈਂਟ ਜਿਹੜਾ ਹੈ ਉਹਦੇ ਉੱਤੇ ਮੋਹਿਤ ਜੀ ਕਿਸੇ ਦਾ ਵੀ ਬਸ ਨਹੀਂ ਚੱਲ ਰਿਹਾ। ਇਸ ਦੇ ਬਾਵਜੂਦ ਵੀ ਉਹ ਲਗਾਤਾਰ ਜਿਹੜਾ ਹੈ ਉਹ ਫੈਲ ਰਿਹਾ ਹੈ। ਉਹਨਾਂ ਦੀ ਜੇ ਡੋਜ਼ ਦੀ ਗੱਲ ਕਰੀਏ ਤਾਂ ਸਾਡੇ ਤੋਂ ਕਈ ਗੁਣਾ ਵੱਧ ਡੋਜ਼ ਜਿਹੜੀ ਹੁਣ ਤੱਕ ਉਹਨਾਂ ਨੂੰ ਦੇ ਵੀ ਦਿੱਤੀ ਹੈ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜਿਹੜਾ ਨਵਾਂ ਮਿਊਟੈਂਟ ਹੈ ਇਹਦੇ ਪਿੱਛੇ ਵਸ ਨਹੀਂ ਹੈਗਾ। ਇੱਥੇ ਜਦੋਂ ਤੁਸੀਂ ਭਾਰਤ ਦੀ ਗੱਲ ਕਰਦੇ ਹੋ ਕਿ ਸਾਡੇ ਵੀ 6 ਕੇਸਿਸ ਜਿਹੜੇ ਸੀਗੇ ਉਹ ਆਏ ਸੀ ਨਵੇਂ ਮਿਊਟੈਂਟ ਦੇ, ਪਰ ਇੱਥੇ ਇਹ ਸੀਗਾ ਕਿ ਉਹ ਮਿਊਟੈਂਟ ਜਿਹੜਾ ਸੀਗਾ ਇੰਨਾ ਹਾਰਸ਼ ਨਹੀਂ ਸੀਗਾ ਜਿੰਨਾ ਉਹ UK ਦੇ ਵਿੱਚ ਸੀਗਾ। ਸੋ UK ਦੀ ਜਿਹੜੀ ਵੱਖਰੀ ਗੱਲ ਹੈ। ਪਰ ਅਸੀਂ ਜਦੋਂ ਚਲੋ ਮੈਂ ਵੀ ਕਹਿ ਰਿਹਾ ਕਿ ਇੱਕ ਨਵੀਂ ਹੋਪ ਹੈ, ਜੇ ਸਾਡੇ ਕੋਲੇ ਕੋਵਿਸ਼ੀਲਡ ਆਈ ਹੈ, ਇੱਕ ਚੰਗਾ ਪ੍ਰੋਸੀਜਰ ਹੈ, ਪਰ ਤੁਸੀਂ ਕਈ ਵਾਰ ਹੁੰਦਾ ਨਾ ਕਿ ਕਾਲੀ ਦੇ ਵਿੱਚ ਬਹੁਤ ਕੁਝ ਗਲਤ ਕਰ ਲੈਂਦੇ। ਜੀ। ਇਸ ਕਰਕੇ ਬੀਇੰਗ ਇਸ ਜਗ੍ਹਾ ਦੇ ਉੱਤੇ ਬੈਠੇ ਹੋਏ ਮੈਨੂੰ ਲੱਗਦਾ ਕਿ ਇੱਕ ਚੰਗੀ ਜਿਹੜੀ ਇਨਫੋਰਮੇਸ਼ਨ ਹੈ, ਇੱਕ ਜਿਹੜੀ ਮਿਕਦਾਰ 'ਚ ਜਿਹੜੀ ਜਾਣਕਾਰੀ ਹੈ ਉਹ ਦੇਣਾ ਸਾਡਾ ਬਿਲਕੁਲ ਫਰਜ਼ ਹੈ। ਔਰ ਇਹ ਇਸ ਕਰਕੇ ਅਸੀਂ ਬਾਰ-ਬਾਰ ਦੱਸ ਰਹੇ ਹਾਂ ਕਿ ਜਿਹੜੀ ਕੋਵੈਕਸਿਨ ਹੈ ਉਹਦਾ 3rd ਟ੍ਰਾਇਲ ਕਿਉਂ ਨਹੀਂ ਹੋਇਆ। ਜੇ 3rd ਟ੍ਰਾਇਲ ਹੋਇਆ ਤਾਂ ਫਿਰ ਉਹਦਾ ਐਫੀਕੇਸੀ ਡਾਟਾ ਕਿਉਂ ਨਹੀਂ ਹੈ। ਬਾਕੀ ਸਾਰਿਆਂ ਦੇ ਸਾਰੇ ਟਵੀਟ ਕੀਤੇ ਹੋਏ ਆ, ਪਰ ਹਰ ਵਾਰ ਦੀ ਤਰ੍ਹਾਂ ਜਿਹੜਾ ਰਾਹੁਲ ਗਾਂਧੀ ਹੈ ਉਹ ਫਿਰ ਪਿੱਛੇ ਰਹਿ ਗਿਆ, ਉਹਦਾ ਕੋਈ ਟਵੀਟ ਨਹੀਂ ਆਇਆ, ਉਹਦੇ ਉੱਤੇ ਕੋਈ ਗੱਲ ਨਹੀਂ ਆਈ। ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਜੇ ਤੁਸੀਂ ਰਾਜਨੀਤੀ ਦੇ ਵਿੱਚ ਇੰਟਰਸਟਡ ਨਹੀਂ ਹੋ, ਦਿਲਚਸਪੀ ਨਹੀਂ ਹੈ, ਤਾਂ ਫਿਰ ਤੁਸੀਂ ਇਸ ਨੂੰ ਕਿਉਂ ਛੱਡ ਕਿਉਂ ਨਹੀਂ ਦੇ ਰਹੇ। ਖਹਿਰਾ ਸਾਹਿਬ, ਇੱਥੇ ਇੱਕ ਹੋਰ ਗੱਲ ਜਿਹੜੀ ਹੈ ਉਹ ਖਾਸ ਧਿਆਨ ਦੇਣ ਵਾਲੀ ਹੈ ਕਿ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜਾ ਪਹਿਲਾ ਵਾਇਰਸ ਹੈ ਉਹ ਚਾਈਨਾ ਦੇ ਵੁਹਾਨ ਸ਼ਹਿਰ ਤੋਂ ਆਉਂਦਾ ਹੈ। ਦੂਸਰਾ ਹੈ ਜਿਹੜਾ UK ਤੋਂ ਆਉਂਦਾ ਹੈ, ਜਿਸ ਨੂੰ ਅਸੀਂ ਕਰੋਨਾ ਦੀ 2nd ਜਿਹੜਾ ਸਟ੍ਰੇਨ ਜਿਹੜੀ ਹੈ ਉਸ ਤੋਂ ਆਖਿਆ। ਤੀਸਰੇ ਨੰਬਰ ਤੇ ਜਿਹੜਾ ਸਾਹਮਣੇ ਆਉਂਦਾ ਹੈ ਉਹ ਹੈ ਸਾਊਥ ਅਫਰੀਕਾ ਦਾ ਮਿਲਿਆ ਹੋਇਆ ਸਟ੍ਰੇਨ। ਸੋ ਖਹਿਰਾ ਸਾਹਿਬ, ਹੁਣ ਜਿਹੜੀ ਮੈਂ ਖਬਰ ਸਾਹਮਣੇ ਪੜ੍ਹ ਰਿਹਾ ਹਾਂ ਉਹ ਸਾਹਮਣੇ ਆਈ ਹੈ, ਬ੍ਰਿਟਿਸ਼ ਸਿਹਤ ਸਕੱਤਰ ਨੇ ਭੇਜੀ ਹੈ, ਲਿਖੀ ਹੈ ਕਿ ਹਾਂ ਵੀ ਜਿਹੜਾ ਬ੍ਰਿਟੇਨ ਦੇ ਜਿਹੜੇ ਕਰੋਨਾ ਸਟ੍ਰੇਨ ਤੋਂ ਵੱਧ ਦਾ ਖਤਰਨਾਕ ਹੈ ਉਹ ਹੈ ਦੱਖਣੀ ਅਫਰੀਕਾ 'ਚ ਮਿਲਿਆ ਜਿਹੜਾ ਨਵਾਂ ਵੇਰੀਐਂਟ ਹੈ। ਸੋ ਲਗਾਤਾਰ ਤੀਸਰਾ ਵੇਰੀਐਂਟ ਹੈ ਜਿਹੜਾ ਅਸੀਂ ਕੰਸੀਡਰ ਕਰ ਰਹੇ ਹਾਂ ਕਿ ਹਾਂ ਵੀ ਤੀਸਰਾ ਵੇਰੀਐਂਟ ਜੋ ਕਿ ਪੂਰੀ ਦੁਨੀਆ ਵਿੱਚ ਹੁਣ ਫੈਲ ਰਿਹਾ, ਥੋੜ੍ਹਾ ਬਹੁਤ ਫੈਲ ਚੁੱਕਿਆ। ਸੋ ਜਿਵੇਂ ਪਹਿਲਾਂ ਮੈਂ ਗੱਲ ਕੀਤੀ, ਸਾਨੂੰ ਥੋੜ੍ਹੀ ਮੁਸਤੈਦੀ, ਥੋੜ੍ਹੀ ਹੋਰ ਹੁਸ਼ਿਆਰੀ ਜਿਹੜੀ ਹੈ ਉਹ ਵਰਤਣ ਦੀ ਲੋੜ ਹੈ। ਨੋ ਡਾਊਟ ਹਰ ਕੰਟਰੀ ਕੋਲ ਅੱਜ ਕੱਲ੍ਹ ਆਪਣੀ ਵੈਕਸੀਨੇਸ਼ਨ ਹੈ ਅਤੇ ਹਰ ਕੋਈ ਕੰਟਰੀ ਬਹੁਤ ਰੈਗੂਲਰ ਜਿਹੜੀ ਰਿਸਰਚ ਕਰ ਰਿਹਾ ਹੈ, ਪੈਸੇ ਉਸ ਦੇ ਉੱਪਰ ਲਗਾ ਰਿਹਾ।
ਬਟ ਸੇਮ ਟਾਈਮ ਤੇ ਖੈਰਾ ਸਾਹਿਬ ਜਿਹੜਾ ਮੋਰਲ ਰਿਸਪੌਂਸਿਬਿਲਟੀ ਹੈ, ਜਦੋਂ ਤੱਕ ਪੂਰੀ ਦੁਨੀਆ ਵਿੱਚ ਕਰੋਨਾ ਜਾਂ ਉਹਨਾਂ ਦੀ ਸਟ੍ਰੇਨ ਜਾਂ ਉਹਨਾਂ ਦੀ ਪ੍ਰਜਾਤੀ, ਉਹਨਾਂ ਦੀ ਫੈਮਿਲੀ ਜਿਹੜੀ ਹੈ ਉਹ ਖਤਮ ਨਹੀਂ ਹੋ ਜਾਂਦੀ, ਉਦੋਂ ਤੱਕ ਜੋ ਸਾਡੇ ਕੋਲ ਜਿਹੜਾ ਆਪਣਾ ਖੈਰਾ ਸਾਹਿਬ ਹਥਿਆਰ ਹੈਗਾ ਉਹ ਹੈ ਮਾਸਕ ਪਾਓ, ਠੀਕ ਹੈ, ਸੋਸ਼ਲ ਡਿਸਟੈਂਸਿੰਗ ਨੂੰ ਫੋਲੋ ਕਰੋ ਤੇ ਬਾਰ-ਬਾਰ ਜਿਹੜੇ ਹੱਥ ਨੇ ਉਹ ਧੋਂਦੇ ਰਹੋ। ਸੋ ਇਹ ਸੀ ਸਾਡਾ ਅੱਜ ਦਾ ਪਹਿਲਾ ਸੈਗਮੈਂਟ, ਜਿਸ ਵਿੱਚ ਅਸੀਂ ਗੱਲਬਾਤ ਕੀਤੀ ਹੈ ਕਰੋਨਾ ਵਾਇਰਸ ਨੂੰ ਲੈ ਕੇ, ਉਹਨਾਂ ਦੀ ਵੈਕਸੀਨੇਸ਼ਨ ਦੇ ਉੱਪਰ ਲੈ ਕੇ, ਤੇ ਦੁਨੀਆ ਓਵਰਆਲ ਦੁਨੀਆ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਕਰੋਨਾ ਵਾਇਰਸ ਦੇ ਰਿਗਾਰਡਿੰਗ। ਸੋ ਅਗਲੇ ਸੈਗਮੈਂਟ ਵਿੱਚ ਅਸੀਂ ਗੱਲਬਾਤ ਕਰਾਂਗੇ ਕਿਸਾਨੀ ਅੰਦੋਲਨ ਦੇ ਬਾਰੇ। ਫਿਲਹਾਲ ਸਮਾਂ ਚੁੱਕਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ। ਤੁਸੀਂ ਵੇਖਦੇ ਰਹੋ ਪ੍ਰੋਗਰਾਮ ਅਖਬਾਰਨਾਮਾ। Dr. Takkar's Medical Spa, Sacramento ਦੇ ਹੁਨਰਮੰਦ ਮੈਡੀਕਲ ਸਪਾ। ਇਹਨਾਂ ਦਾ ਮਿਹਨਤੀ ਸਟਾਫ ਤੁਹਾਨੂੰ ਬਣਾਉਂਦਾ ਹੈ ਖੂਬਸੂਰਤ ਤੇ ਸ਼ਾਨਦਾਰ। ਤੱਕਰ ਮੈਡੀਕਲ ਸਪਾ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਲੇਜ਼ਰ ਮੈਡੀਕਲ ਹੈਅਰ ਰਿਮੂਵਲ, ਰਿੰਕਲ ਟ੍ਰੀਟਮੈਂਟ, ਸਕਿਨ ਕੇਅਰ, ਸਕਿਨ ਟਾਈਟਨਿੰਗ, ਫੇਸ਼ੀਅਲ, ਵੋਲਿਊਮ ਲਾਸ, ਲੇਜ਼ਰ ਵੇਨ ਰਿਮੂਵਲ, ਡਾਰਕ ਸਪੌਟ ਰਿਮੂਵਲ। ਤੁਹਾਡੇ ਬਜਟ ਵਿੱਚ ਹੀ ਤੁਹਾਨੂੰ ਸ਼ਾਨਦਾਰ ਲਾਈਫਸਟਾਈਲ ਦੇਣ ਵਾਲੇ Dr. Takkar's Medical Spa, 8191 Timberlake Way, Suite 350, Sacramento, California, 95823. Phone 916-688-9994. Phone 916-688-9994। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅਖਬਾਰਨਾਮਾ। ਔਰ ਜਦੋਂ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਭਾਰਤ ਦੀ, ਤਾਂ ਸਾਰਿਆਂ ਦੀ ਜ਼ੁਬਾਨੀ ਜਿਹੜੀ ਹੈ ਉਹ ਕਿਸਾਨ ਅੰਦੋਲਨ ਉਮੜਦਾ ਹੈ। ਕਿਸਾਨ ਅੰਦੋਲਨ ਜਿਹੜਾ ਹੈ ਇੱਕ ਤਰੀਕੇ ਦੇ ਨਾਲ ਧੁਰਾ ਹੋ ਗਿਆ ਹੈ ਪੰਜਾਬ ਦੀ ਸਿਆਸਤ ਦਾ, ਭਾਰਤ ਦੀ ਸਿਆਸਤ ਦਾ। ਔਰ ਅੱਜ ਜਿਹੜਾ ਹੈ 7ਵੇਂ ਗੇੜ ਦੀ ਮੀਟਿੰਗ ਵੀ ਹੈ ਔਰ ਹਰ ਇੱਕ ਨੂੰ ਜਿਹੜੀਆਂ ਨੇ ਉਮੀਦਾਂ ਬਹੁਤ ਜ਼ਿਆਦੀਆਂ ਨੇ। ਜੀ ਖੈਰ ਸਾਹਿਬ, 40 ਦਿਨ ਜਿਹੜੇ ਨੇ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਨੂੰ ਹੋ ਚੁੱਕੇ ਨੇ। ਸਾਡੇ ਸਾਰੇ ਕਿਸਾਨ ਵੀਰ, ਭੈਣ ਭਰਾ, ਚਾਚੇ ਤਾਏ, ਪੂਰੀ ਫੈਮਿਲੀ ਜਿਹੜੀ ਹੈ ਪੰਜਾਬੀ ਉੱਥੇ ਬੈਠੀ ਹੋਈ ਹੈ। ਇਕੱਲੇ ਪੰਜਾਬੀ ਨਹੀਂ, ਹਰਿਆਣਾ ਵੀ ਹੈ ਨਾ, ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਉੱਥੇ ਬੈਠਾ ਹੋਇਆ। ਸੋ 40 ਦਿਨ ਇੰਨੀ ਠੰਡ ਵਿੱਚ ਉੱਥੇ ਬੈਠੇ ਸਾਨੂੰ ਸਾਰਿਆਂ ਨੂੰ ਹੋ ਚੁੱਕੇ ਨੇ ਤੇ 5 ਦਰਜਨ ਦੇ ਤਕਰੀਬਨ ਜਿਹੜੇ ਸਾਡੇ ਕਿਸਾਨ ਵੀਰ ਨੇ ਉੱਥੇ ਸ਼ਹੀਦ ਹੋ ਚੁੱਕੇ ਨੇ। ਤੇ ਗੱਲ ਕਰੀ ਮੀਟਿੰਗ ਦੀ ਤਾਂ ਨੋ ਡਾਊਟ ਹਰ ਇੱਕ ਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਹਾਂ ਵੀ ਅੱਜ ਦੀ ਮੀਟਿੰਗ ਤੋਂ ਬਾਅਦ ਇੱਕ ਵਧੀਆ ਰਿਜ਼ਲਟ ਹੈ ਸਾਹਮਣੇ ਆਏਗਾ। ਸਾਡੇ ਸਾਰੇ ਜਿਹੜੇ ਕਿਸਾਨ ਨੇ ਉਹ ਵਾਪਸ ਘਰ ਨੂੰ ਪਰਤਣਗੇ ਤੇ ਸਭ ਕੁਝ ਸੁਖਾਲਾ ਹੋ ਜਾਏਗਾ। ਪਰ ਜੇਕਰ ਗੱਲ ਕਰੀਏ ਹੁਣ ਤੱਕ ਦੀਆਂ ਪੁਰਾਣੀਆਂ ਮੀਟਿੰਗਸ ਦੇ ਵਿੱਚ ਤਾਂ ਕੁਝ ਖਾਸ ਨਹੀਂ ਹੋਇਆ ਐਕਸੈਪਟ ਲਾਸਟ ਮੀਟਿੰਗ ਤੋਂ। ਲਾਸਟ ਮੀਟਿੰਗ 'ਚ 2 ਗੱਲਾਂ ਉਹਨਾਂ ਨੇ ਮੰਨੀਆਂ ਜੋ ਕਿ ਹਜੇ ਕਾਨੂੰਨ ਨਹੀਂ ਸੀ ਬਣੇ, ਤਾਂ ਵੀ ਉਹਨਾਂ ਬਾਰੇ ਸਹਿਮਤੀ ਜਤਾ ਲਈ ਗਈ ਤੇ ਕੇਂਦਰ ਨੇ ਇੱਕ ਆਪਣੇ ਪਲੜੇ ਵੱਲ ਥੋੜ੍ਹਾ ਜਿਹਾ ਨਾ ਭਾਰ ਕਰ ਲਿਆ ਹੈ ਨਾ ਕਿ ਹਾਂ ਵੀ ਅਸੀਂ ਤਾਂ ਗੱਲ ਮੰਨ ਲਈਏ, ਹੁਣ ਜੀ ਗੱਲ ਤੇ ਕਿਸਾਨਾਂ 'ਤੇ ਖੜੀ ਹੈ ਕਿ ਹੁਣ ਆਹ 2 ਗੱਲਾਂ ਮੰਨਦੇ ਕਿ ਨਹੀਂ ਮੰਨਦੇ। ਬਟ ਫਿਰ ਵੀ ਰੈਗੂਲਰ ਇੱਕ ਖੈਰ ਸਾਹਿਬ ਵੀ ਗੱਲ ਕਹਿ ਸਕਦੇ ਹਾਂ ਕਿ ਕੇਂਦਰ ਦਾ ਰਵੱਈਆ ਹੈ ਉਹ ਕਾਫੀ ਚੇਂਜ ਹੋਇਆ, ਠੀਕ ਹੈ। ਚਾਹੇ ਉਹ ਪੋਲੀਟੀਕਲ ਉਹਨਾਂ ਦੀ ਕੋਈ ਪੈਂਤੜਾ ਹੈ, ਕੋਈ ਸਾਜ਼ਿਸ਼ ਹੈ ਨਾ, ਜਿਵੇਂ ਕਿ ਲਾਸਟ ਟਾਈਮ ਅਸੀਂ ਗੱਲ ਕੀਤੀ ਕਿ ਉਹਨਾਂ ਨੇ ਜੀ ਨਾਲ ਰਲ ਕੇ ਲੰਗਰ ਵਰਤਾਇਆ, ਠੀਕ ਹੈ। ਫਿਰ ਸੇਮ ਟਾਈਮ 'ਤੇ ਰਾਜਨਾਥ ਸਿੰਘ ਜਿਹੜੇ ਨੇ ਉਹ ANI ਨੂੰ ਇੱਕ ਮੀਟਿੰਗ ਦੌਰਾਨ ਕਹਿੰਦੇ ਨੇ ਕਿ ਹਾਂ ਵੀ ਕਿਸਾਨਾਂ ਨੂੰ ਕੁਛ ਨਹੀਂ ਕਹਿਣਾ, ਉਹ ਸਾਡੇ ਬਹੁਤ ਵਧੀਆ ਬੰਦੇ ਨੇ, ਉਹਨਾਂ ਨੇ ਹਮੇਸ਼ਾ ਇਹ ਭਾਰਤੀ ਇਕੋਨਮੀ ਜ਼ਰੂਰ ਥੱਲੇ ਡਿੱਗੀ ਹੈ ਉਹਨਾਂ ਨੂੰ ਰਿਵਾਈਵ ਕੀਤਾ ਵਾ। ਜਾਂ ਭਾਰਤੀ ਇਤਿਹਾਸ ਦੀ ਗੱਲ ਕਰੀਏ ਤਾਂ ਜਦੋਂ ਵੀ ਕੋਈ ਜੰਗਾਂ ਹੋਈਆਂ ਨੇ ਹਮੇਸ਼ਾ ਸਿੱਖ ਕੌਮ ਨੇ, ਪੰਜਾਬੀ ਕੌਮ ਨੇ ਬਹੁਤ ਵਧੀਆ ਸਾਥ ਦਿੱਤਾ। ਸੋ ਉੱਥੇ ਇੱਕ ਉਹਨਾਂ ਦਾ ਇੰਟਰਵਿਊ ਸਾਹਮਣੇ ਆਉਣਾ। ਐਂਡ ਈਵਨ ਅੱਜ ਦੀ ਮੀਟਿੰਗ ਵਿੱਚ ਵੀ, ਮੀਟਿੰਗ ਤੋਂ ਪਹਿਲਾਂ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਨਰਿੰਦਰ ਸਿੰਘ ਤੋਮਰ, ਉਹ ਪਹਿਲਾਂ ਉਹਨਾਂ ਨੂੰ ਮਿਲਣ ਜਾਂਦੇ ਨੇ। ਰਾਜਨਾਥ ਸਿੰਘ ਵੈਸੇ ਜਿੱਦਾਂ ਮਰਜ਼ੀ ਆ, ਪੂਰੀ BJP ਪਾਰਟੀ ਵਿੱਚ ਇੱਕ ਅਜਿਹਾ ਬੰਦਾ ਵਾ ਜਿਸ ਨੂੰ ਲੋਕੀ ਬਹੁਤੀਆਂ ਗਾਲਾਂ ਨਹੀਂ ਕੱਢਦੇ। ਅਮਿਤ ਸ਼ਾਹ ਨੂੰ ਵੀ ਕੱਢ ਲੈਂਦੇ ਨੇ, ਮੋਦੀ ਸਾਹਿਬ ਨੂੰ ਵੀ ਕੱਢ ਲੈਂਦੇ ਨੇ, ਬਾਕੀ ਸਾਰੇ ਲੀਡਰਾਂ ਨੂੰ ਕੱਢ ਲੈਂਦੇ ਨੇ। ਰਾਜਨਾਥ ਸਿੰਘ ਦਾ ਸਟੈਂਡ ਥੋੜ੍ਹਾ ਜਿਹਾ ਵੱਖ ਰਹਿੰਦਾ। ਉਹ ਥੋੜ੍ਹੇ ਫੇਰ ਵੀ ਥੋੜ੍ਹੇ ਸੁਚੱਜੇ ਜਿਹੇ ਲੱਗਦੇ ਨੇ, ਥੋੜ੍ਹੇ ਸਮਝਦਾਰ, ਸੁਲਝੇ ਹੋਏ ਲੱਗਦੇ ਨੇ। ਉਹ ਗੱਲ ਵੱਖਰੀ ਹੈ ਕਿ ਉਹਨਾਂ ਦੀ ਆਖਰੀ ਗੱਲ ਕੜੀ ਨਿੰਦਾ ਰਹਿ ਜਾਂਦੀ ਹੈ। ਕੜੀ ਨਿੰਦਾ ਤੋਂ ਇਲਾਵਾ ਬਹੁਤੀਆਂ ਗੱਲਾਂ ਨਹੀਂ ਕਰਦੇ। ਬਟ ਫਿਰ ਵੀ ਜਦੋਂ ਕਿਸਾਨ ਦੇ ਹੱਕ ਵਿੱਚ ਉਹਨਾਂ ਨੇ ਗੱਲ ਕੀਤੀ ਆ, ਉਦੋਂ ਹਰ ਇੱਕ ਨੂੰ ਚੰਗੇ ਲੱਗਣ ਲੱਗ ਪਏ। ਸੋ ਅੱਜ ਦੀ ਮੀਟਿੰਗ ਦੇ ਵਿੱਚ ਜਦੋਂ ਜਾਣ ਤੋਂ ਪਹਿਲਾਂ ਮੰਤਰੀ, ਆਪਣੇ ਖੇਤੀਬਾੜੀ ਮੰਤਰੀ, ਉਹਨਾਂ ਨੂੰ ਮਿਲਣ ਜਾਂਦੇ ਨੇ। ਸੋ ਉਸ ਤੋਂ ਬਾਅਦ ਅੱਜ ਮੀਟਿੰਗ ਸ਼ੁਰੂ ਹੋਣ ਤੋਂ ਬਾਅਦ ਜਦੋਂ 2 ਜਾਂ 3 ਮਿੰਟ ਦਾ ਮੌਨ ਰੱਖਿਆ ਜਾਂਦਾ। ਸੋ ਸਾਰੇ ਜਿਹੜੇ ਉੱਥੇ ਬੈਠਦੇ ਨੇ, ਉਹਨਾਂ ਜਿਹੜੇ ਸ਼ਹੀਦ ਜਿਹੜੇ ਹੋ ਗਏ ਨੇ ਸਾਡੇ ਕਿਸਾਨ, ਉਹਨਾਂ ਦੀ ਆਤਮਾ ਲਈ ਸ਼ਾਂਤੀ ਮੰਗਦੇ ਨੇ। ਸੋ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਥੋੜ੍ਹੀ ਜਿਹੀ ਜਿਹੜੀ ਸਟ੍ਰੈਟਜੀ ਹੈ ਉਹਨਾਂ ਨੇ ਚੇਂਜ ਕੀਤੀ ਹੈ। ਜਾਂ ਤਾਂ ਚੰਗੇ ਹੋ ਚੁੱਕੇ ਨੇ, ਉਹਨਾਂ ਨੂੰ ਸਮਝ ਆ ਚੁੱਕੀ ਹੈ, ਜਾਂ ਜਿਵੇਂ ਕਿ ਅਸੀਂ ਬਾਰ-ਬਾਰ ਜ਼ਿਕਰ ਕਰ ਰਹੇ ਹਾਂ ਕਿ ਕੋਈ ਪੈਂਤੜਾ ਖੇਡਣ ਜਾ ਰਿਹਾ। ਦੇਖੋ, ਸਿਆਸਤ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਪੈਂਤੜਾ ਹੀ ਹੈ। ਪਰ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਚੰਗੀ ਸਿਆਸਤ ਹੋਣ ਡਈ ਹੈ ਤਾਂ ਫਿਰ ਉਹਦੇ ਨਾਲ ਜਿਹੜੀ ਗੱਲ ਹੈ ਉਹਦੇ ਵਰਗੀ ਕੋਈ ਗੱਲ ਨਹੀਂ ਹੈਗੀ। ਜੇ ਇੱਥੇ ਦੇਖੋ ਮੌਨ ਰੱਖਣਾ, ਉਹ ਯੋਧੇ ਬਣ ਕੇ ਨੇ, ਉਹ ਯੋਧੇ ਜਿਹੜੇ ਰਹਿੰਦੀ ਦੁਨੀਆ ਤੱਕ ਸਾਨੂੰ ਯਾਦ ਰਹਿਣਗੇ। ਪਰ ਗੱਲ ਇੱਥੇ ਨਹੀਂ ਨਿਬੜਦੀ।
ਦੇਖੋ ਤੁਸੀਂ ਜੇ ਤੁਹਾਡੇ ਨਾਲ ਮੀਟਿੰਗ ਹੋਣ ਡਈ ਆ ਜੇ ਤੁਸੀਂ ਉੱਥੇ ਹੀ ਗੱਲ ਕਰਨੀ ਆ ਤੇ ਪਹਿਲੇ ਦਿਨ ਵੀ ਤੁਹਾਡੇ ਕੋਲ ਹੀ ਸੀਗੇ। ਚਲੋ ਮੰਨ ਲਓ ਕਿ ਤੁਸੀਂ ਜਿਹੜਾ ਹੈ ਉਹ ਕੋਈ ਲੈਣਾ ਦੇਣਾ ਨਹੀਂ ਹੈ ਤੁਹਾਡੇ ਨਾਲ ਜਿਹੜੇ ਉੱਥੇ ਜਿਹੜੇ ਨੇ ਸੰਘਰਸ਼ ਕਰ ਰਹੇ ਨੇ, ਪਰ ਜਦੋਂ ਤੁਸੀਂ ਕਿਤੇ ANI ਵਰਗੀਆਂ ਏਜੰਸੀਆਂ ਨੂੰ ਆ ਕੇ ਇੰਟਰਵਿਊ ਦਿੰਦੇ ਹੋ ਉਦੋਂ ਤੁਸੀਂ ਕਹਿੰਦੇ ਆ ਜੀ ਅਸੀਂ ਉਹਨਾਂ ਦੇ ਨਾਲ ਕਿੱਥੇ ਮਾੜਾ ਕਰ ਸਕਦੇ ਹਾਂ। ਇੱਕ ਟੋਨ, ਇੱਕ ਭਾਵਨਾਤਮਕ ਟੋਨ ਤੁਸੀਂ ਦੇਖਿਓ ਨਹੀਂ ਰਾਜਨਾਥ ਸਿੰਘ ਹੋਣਾ ਦੀ ਆਵਾਜ਼ ਦੇ ਵਿੱਚ, ਤਾਂ ਹੀ ਤੁਸੀਂ ਮੈਨੂੰ ਲੱਗਦਾ ਉਹਨਾਂ ਦੇ ਮੁਰੀਦ ਵੀ ਹੋ ਗਏ ਆ। ਪਰ ਮੈਂ ਤੁਹਾਨੂੰ ਦੱਸਦਾ ਕਿ ਕਾਂਵਰ ਟੋਲੀ ਇੱਕੋ ਹੀ ਬੋਲੀ, ਇਹਨਾਂ ਸਭ ਦੀ ਇੱਕੋ ਹੀ ਬੋਲੀ ਆ ਔਰ ਇਹ ਸਾਰੇ ਗਰੁੱਪ 'ਚ ਆ ਔਰ ਤੁਸੀਂ ਕਿਸੇ ਤੋਂ ਕੁਝ ਵੀ ਤਵੱਕੋ ਨਹੀਂ ਕਰ ਸਕਦੇ ਜਦ ਤੱਕ ਇਹ ਖੁੱਲ੍ਹ ਕੇ ਬਾਹਰ ਨਹੀਂ ਆਉਂਦੇ। ਸੋ ਦੇਖੋ ਪਹਿਲਾਂ ਤੁਸੀਂ ਦੇਖੋ ਆਪਾਂ ਜੇ ਸੰਘਰਸ਼ ਨੂੰ ਛੱਡ ਹੀ ਦਈਏ, ਜੇ ਕੋਈ ਹੋਰ ਵੀ ਕੌਮ ਉੱਥੇ ਆ ਕੇ ਬੈਠੀ ਆ ਕੋਈ ਸੰਘਰਸ਼ ਕਰ ਰਿਹਾ ਤੇ ਜੇ ਉਹਨਾਂ ਦੇ 5 ਦਰਜਨਾਂ ਤੋਂ ਬਾਅਦ ਲੋਕ ਸ਼ਹੀਦ ਹੋ ਗਏ ਨੇ, ਇੱਕ ਹਿਊਮਨ ਟੱਚ ਹੈ, ਇੱਕ ਇਹ ਕਹਿ ਲਿਓ ਕਿ ਮਨੁੱਖੀ ਜਿਹੜੀ ਹੈ ਇੱਕ ਫਿਤਰਤ ਹੈ ਕਿ ਬੰਦਾ ਕਹਿ ਹੀ ਦਿੰਦਾ ਕਿ ਬਈ ਅਸੀਂ ਜਿਹੜੀ ਹੈ ਘਰੀ ਨਿੰਦਾ ਕਰਦੇ ਆ, ਸਾਨੂੰ ਅਫਸੋਸ ਹੈ। ਤੁਸੀਂ ਅੱਜ ਮੈਨੂੰ ਕੋਈ ਇੱਕ BJP ਨੇਤਾ, ਚਾਹੇ ਉਹ ਪੰਜਾਬ ਤੋਂ ਆ ਚਾਹੇ ਉਹ ਕਿਸੇ ਵੀ ਪ੍ਰਦੇਸ਼ ਤੋਂ ਆ ਚਾਹੇ ਉਹ ਸੈਂਟਰ ਤੋਂ ਆ, ਕਿਸੇ ਨੇ ਵੀ ਕਿਸੇ ਨੇ ਕੁਝ ਉਹਨਾਂ ਬਾਰੇ ਕੁਝ ਕਿਹਾ? ਮੈਂ ਅੱਜ ਤੱਕ ਨਹੀਂ ਕੋਈ ਕਿਸੇ ਦੀ ਸਟੇਟਮੈਂਟ ਸੁਣੀ। ਮੈਨੂੰ ਲੱਗਦਾ ਕਿ ਮੈਂ ਬਹੁਤ ਸਾਰਾ ਮੀਡੀਆ ਦੇਖਦਾ ਹਾਂ, ਅਖਬਾਰਾਂ ਵੀ ਪੜ੍ਹਦਾ ਹਾਂ, ਪਰ ਮੈਂ ਅੱਜ ਤੱਕ ਉਹ ਸਟੇਟਮੈਂਟ ਨਹੀਂ ਦੇਖੀ। ਸੋ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਮਨੁੱਖੀ ਸਾਡੇ ਜਿਹੜੇ ਹਿੱਤ ਹੁੰਦੇ ਨੇ ਉਹਨਾਂ ਦਾ ਘਾਣ ਹੈ? ਔਰ ਐਵੇਂ ਨਹੀਂ ਸਾਡੇ ਜਿਹੜੇ ਭਰਾ ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ ਵੱਸਦੇ ਆ ਉਹ ਹਾਂ ਦਾ ਨਾਰਾ ਲਾਉਣ ਡੇ ਆ। ਉਹ ਜਿਹੜੀਆਂ ਉੱਥੇ ਉਹਨਾਂ ਦੀਆਂ ਸਾਡੀਆਂ ਅੰਬੈਸੀਆਂ ਨੇ ਉਹਨਾਂ ਨੂੰ ਜਾ ਕੇ ਪੁੱਛ ਰਹੇ ਨੇ ਕਿ ਭਾਈ ਤੁਸੀਂ ਜਿਹੜਾ ਹੈ ਉਹਨਾਂ ਦੇ ਸਾਹਮਣੇ ਉਹ ਬੈਠ ਰਹੇ ਨੇ ਔਰ ਕਹਿ ਰਹੇ ਨੇ ਕਿ ਇਹ ਕਿਉਂ ਹੋ ਰਿਹਾ। ਤੁਸੀਂ ਇੱਕ ਬੰਨੇ ਤੇ ਇਹ ਕਹਿ ਰਹੇ ਹੋ ਕਿ ਸਾਡੇ ਮਾਣ ਮੱਤੇ ਜਿਹੜੇ ਨੇ ਇਹ ਅਸੀਂ ਕਿਸਾਨ ਤੇ ਜਵਾਨ ਜਿਹੜੇ ਨੇ ਇੱਕੋ ਕਤਾਰ 'ਚ ਰੱਖਦੇ ਆ, ਅਸੀਂ ਇਹਨਾਂ ਨੂੰ ਜਿਹੜਾ ਹੈ ਕੁਝ ਵੀ ਨਹੀਂ ਕਰ ਸਕਦੇ। ਇੱਕ ਬੰਨੇ ਤੁਸੀਂ ਕਈ ਬਾਰਡਰ ਜਿਹੜੇ ਇਦਾਂ ਦੇ ਜਿੱਥੇ ਤੁਸੀਂ ਪੂਰਾ ਦਿਨ ਸ਼ੈਲਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਸੋ ਕਿਤੇ ਨਾ ਕਿਤੇ ਹਾਥੀ ਦੇ ਦੰਦ ਆ, ਖਾਣ ਨੂੰ ਕੁਝ ਹੋਰ ਆ ਤੇ ਦਿਖਾਉਣ ਨੂੰ ਕੁਝ ਹੋਰ ਆ। ਸੋ ਤੁਸੀਂ ਤਵੱਕੋ ਨਹੀਂ ਕਰ ਸਕਦੇ। ਬਾਕੀ ਤਵੱਕੋ ਜਿਹੜੀ ਗੱਲ ਤੋਂ ਕੀਤੀ ਜਾ ਸਕਦੀ ਹੈ ਉਹ ਅੱਜ ਦੀ ਮੀਟਿੰਗ ਤੋਂ ਕੀਤੀ ਜਾ ਸਕਦੀ ਹੈ। ਮੀਟਿੰਗ ਹਜੇ ਚੱਲ ਰਹੀ ਹੈ ਔਰ ਲਗਾਤਾਰ ਸਾਡੀਆਂ ਅਸੀਂ ਵੀ ਇਹ ਕੋਸ਼ਿਸ਼ ਕਰ ਰਹੇ ਸੀ ਕਿ ਮੀਟਿੰਗ ਦਾ ਕੋਈ ਹੱਲ ਆ ਜਾਵੇ, ਉਸ ਤੋਂ ਬਾਅਦ ਅਸੀਂ ਗੱਲਬਾਤ ਸ਼ੁਰੂ ਕਰੀਏ। ਪਰ ਉਹ ਮੀਟਿੰਗ ਜਿਹੜੀ ਹੈ ਸਾਨੂੰ ਪਤਾ ਕਿ ਰੋਜ਼ ਹਰ ਵਾਰ ਮੀਟਿੰਗ ਜਿਹੜੀ ਉਹ ਲੰਮਾ ਸਮਾਂ ਚੱਲਦੀ ਹੈ ਔਰ ਇਹ ਮੀਟਿੰਗ ਚਲੋ ਲੰਮਾ ਸਮਾਂ ਚੱਲੇ ਔਰ ਅਸੀਂ ਉਸ ਮਨਸ਼ੇ ਦੇ ਵਿੱਚ ਹਾਂ ਕਿ ਇਸ ਮੀਟਿੰਗ ਦੇ ਵਿੱਚੋਂ ਕੁਝ ਨਿਕਲੇ, ਕਿਉਂਕਿ ਹੁਣ ਜਿਹੜਾ ਹੈ ਇਹ ਪਾਣੀ ਸਾਡੇ ਸਿਰਾਂ ਤੋਂ ਟੱਪ ਗਿਆ ਹੈ। ਤੁਸੀਂ ਦੇਖਿਆ ਹੋਣੀਆਂ ਜਿਹੜੀਆਂ ਉੱਥੋਂ ਵੀਡੀਓਜ਼ ਆ ਰਹੀਆਂ ਲਗਾਤਾਰ ਕਿ ਉਹ ਤਰਪਾਲਾਂ ਫੜ ਕੇ ਥੱਲੇ ਬੀਬੀਆਂ ਲੰਗਰ ਬਣਾਉਣ ਡਈਆਂ ਨੇ, ਚਾਹੇ ਕਿੰਨੇ ਵੀ ਸ਼ਤੱਦਰ ਜਿਹੜੇ ਤੇ ਸਾਡੇ ਤੇ ਢਾਲਣ, ਪਰ ਅਸੀਂ ਉੱਥੇ ਖੜੇ ਹਾਂ। ਹੁਣ ਕਿਸਾਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਰੀਪੀਲ ਤੋਂ ਬਿਨਾਂ ਸਾਨੂੰ ਹੋਰ ਕੋਈ ਚੀਜ਼ ਚਾਹੀਦੀ ਨਹੀਂ ਹੈਗੀ। ਖੈਰ ਸਾਹਿਬ ਤੁਸੀਂ ਆਹ ਦੇਖੋ ਕਿ ਜੇਕਰ ਤੁਸੀਂ ਅੱਜ 4 ਤਰੀਕ ਮਿੱਥੀ ਸੀਗੀ ਹੈ ਨਾ ਕਿ ਹਾਂ ਵੀ ਅਸੀਂ ਗੱਲਬਾਤ ਕਰਾਂਗੇ, ਕੁਝ ਵਧੀਆ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੇ, ਤਾਂ ਇੱਕ ਦਿਨ ਪਹਿਲਾਂ ਠੀਕ 3 ਤਰੀਕ ਨੂੰ ਗਾਜ਼ੀਪੁਰ ਦੇ ਕੋਲ ਕਿੰਨੇ ਹੀ ਕਿਸਾਨਾਂ ਦੇ ਉੱਪਰ ਤੁਸੀਂ ਜਿਹੜੇ ਆਂਸੂ ਗੈਸ ਦੇ ਗੋਲੇ ਨੇ ਕਿੱਦਾਂ ਵਰਾਉਂਦੇ ਹੋ, ਤੁਸੀਂ ਉੱਥੇ ਲਾਠੀ ਚਾਰਜ ਵੀ ਕਰਦੇ ਹੋ। ਸੋ ਕਿਤੇ ਨਾ ਕਿਤੇ ਸਮਝ ਨਹੀਂ ਆਉਂਦਾ ਕਿ ਹਾਂ ਵੀ ਹਾਥੀ ਦੇ ਦੰਦ ਦਿਖਾਉਣ ਨੂੰ ਜਾਂ ਖਾਣ ਨੂੰ ਹੋਰ ਤਾਂ ਗੱਲ ਸਮਝ ਆਉਂਦੀ ਹੈ, ਪਰ ਸੇਮ 4 ਤਰੀਕ ਨੂੰ ਤੁਸੀਂ ਹੈ ਨਾ ਤੁਸੀਂ ਦੇਖੋ ਮੀਟਿੰਗ ਹੋਣ ਜਾ ਰਹੀ ਹੈ, ਤੁਸੀਂ ਇੱਕ ਦਿਨ ਪਹਿਲੇ ਇਹੋ ਜਿਹੇ ਕੰਮ ਕਰ ਰਹੇ ਹੋ, ਤਾਂ ਕੀ ਕਿਸੇ ਨੂੰ ਉਮੀਦ ਲੱਗਦੀ ਹੈ ਕਿ ਹਾਂ ਵੀ ਜਿਹੜਾ ਅੱਜ ਦਾ ਜਿਹੜਾ ਫੈਸਲਾ ਹੈ ਉਹ ਕਿਸਾਨਾਂ ਦੇ ਹੱਕ ਵਿੱਚ ਆਏਗਾ? ਕਿਸਾਨ ਤਾਂ ਲਗਾਤਾਰ ਜਿਹੜੀ ਇੱਕੋ ਮੰਗ ਤੇ ਅੜੇ ਹੋਏ ਨੇ, ਉਹ ਉੱਥੇ ਡਟੇ ਹੋਏ ਨੇ, ਉੱਥੇ ਹੀ ਖੜੇ ਹੋਏ ਨੇ। ਠੀਕ ਹੈ, ਕਿਸਾਨਾਂ ਨੇ ਕਹਿ ਦਿੱਤਾ ਕਿ ਬਈ ਭਾਵੇਂ ਆਵੇ ਇੱਥੇ ਬਾਰਿਸ਼ ਤੇ ਭਾਵੇਂ ਪੈ ਜਾਏ ਇੱਥੇ ਬਰਫ਼, ਅਸੀਂ ਤਾਂ ਹੱਕ ਲਏ ਬਿਨਾਂ ਹੁਣ ਵਾਪਸ ਨਹੀਂ ਪਰਤਦੇ। ਠੀਕ ਹੈ, ਦੇਖੋ ਮੈਂ ਉਹ ਖਬਰ ਪੜ੍ਹੀ ਤੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਇਦਾਂ ਦੀਆਂ ਗੱਲਾਂ ਕਿਉਂ? ਇੱਕ ਬੰਨੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੇਲ ਮਿਲਾਪ ਕਰਨਾ, ਦੂਸਰੇ ਬੰਨੇ ਤੁਸੀਂ ਉਸੇ ਮੇਲ ਮਿਲਾਪ ਦੀਆਂ ਕੰਧਾਂ ਢਾਉਣ ਤੇ ਲੱਗੇ ਹੋਏ ਹੋ ਤੇ ਤੁਹਾਨੂੰ ਕੋਈ ਮਤਲਬ ਹੱਜ ਨਹੀਂ ਹੈ, ਤੁਹਾਨੂੰ ਕੋਈ ਸ਼ਰਮ ਨਹੀਂ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹ ਚੰਗੀਆਂ ਨਹੀਂ ਹੈਗੀਆਂ। ਦੂਸਰੇ ਬੰਨੇ ਜੇ ਤੁਸੀਂ ਕਿਸੇ ਦੇ ਘਰ ਦੇ ਮੂਹਰੇ ਗੋਹਾ ਸਿੱਟ ਦੋ ਨਾ ਤੇ ਫਿਰ ਤੁਹਾਡੇ ਤੇ ਅਟੈਂਪਟ ਟੂ ਮਰਡਰ ਵੀ ਹੋ ਜਾਂਦਾ। ਹੋ ਹੀ ਜਾਂਦਾ ਵੀ ਭਾਈ ਜਿਹੜੇ ਮਹਿਲਾਂ ਦੇ ਵਿੱਚ ਰਹਿੰਦੇ ਆ ਅਗਲਿਆਂ ਨੂੰ ਬੋ ਦੇ ਨਾਲ ਉਹ ਮਾਰ ਹੀ ਸਕਦੇ ਆ। ਇਹਨਾਂ ਨੂੰ ਇਹ ਨਹੀਂ ਪਤਾ ਕਿ ਉਹੀ ਗੋਹੇ ਨਾਲ ਅਸੀਂ ਘਰ ਲਿਪਦੇ ਰਹੇ ਹਾਂ, ਉਹੀ ਗੋਹੇ ਦੇ ਨਾਲ ਅਸੀਂ ਆਪਣਾ ਖਾਣਾ ਬਣਾਉਂਦੇ ਰਹੇ ਹਾਂ। ਪਰ ਦੇਖੋ ਹੁਣ ਉਹ ਤਾਂ ਫਿਰ ਜੀ BJP ਦੇ ਨੇਤੇ ਨੇ ਵੱਡੇ, ਉਹਨਾਂ ਦੇ ਉੱਤੇ ਤਾਂ ਅਟੈਂਪਟ ਟੂ ਮਰਡਰ ਹੋ ਸਕਦਾ ਹੈ। ਤੁਸੀਂ ਕਾਲੂ ਗੋਹੇ ਦੇ ਨਾਲ ਜਿਹੜੀ ਹਮਕ ਆ ਉਹਦੇ ਨਾਲ ਤੁਸੀਂ ਮਰ ਸਕਦੇ ਹੋ। ਇਸ ਕਰਕੇ ਸ਼ਾਇਦ ਇਹ ਅਟੈਂਪਟ ਟੂ ਮਰਡਰ ਜਿਹੜੇ ਨੇ ਉਹਨਾਂ ਦੇ ਉੱਤੇ ਲਾਏ ਗਏ ਨੇ। ਸੋ ਕਿਤੇ ਨਾ ਕਿਤੇ ਦੇਖੋ ਤੁਸੀਂ, ਮੈਂ ਇਹ ਨਹੀਂ ਕਹਿੰਦਾ ਕਿ ਉਹ ਚੰਗੀ ਗੱਲ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਤੁਸੀਂ ਉਹ ਲਾ ਰਹੇ ਹੋ, ਸੈਕਸ਼ਨ ਲਾ ਰਹੇ ਹੋ, ਉਹ ਵੀ ਬਿਲਕੁਲ ਖਰਾਸਰ ਜਿਹੜੀ ਉਹ ਗਲਤ ਗੱਲ ਹੈ। ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਜਿਸ ਗੱਲ ਬਾਰੇ ਖੈਰਾ ਸਾਹਿਬ ਜ਼ਿਕਰ ਕਰ ਰਹੇ ਨੇ ਉਹ ਹੋਇਆ ਇੱਦਾਂ ਕਿ ਹੁਸ਼ਿਆਰਪੁਰ ਦੇ ਵਿੱਚ ਇੱਕ BJP ਦੇ ਲੀਡਰ ਨੇ ਜਿਹਨਾਂ ਦਾ ਨਾਮ ਤੀਕਸ਼ਣ ਸੂਦ ਹੈ, ਜਿਨ੍ਹਾਂ ਦੇ ਘਰ ਦੇ ਬਾਹਰ ਕਿਸਾਨਾਂ ਨੇ ਕਿੰਨਾ ਸਾਰਾ ਗੋਹਾ ਸੁੱਟ ਦਿੱਤਾ। ਅੱਛਾ, ਗੋਹਾ ਸੁੱਟਣ ਦਾ ਕਾਰਨ ਵੀ ਕੀ ਸੀਗਾ ਕਿ ਤੀਕਸ਼ਣ ਸੂਦ ਹੋਣਾ ਨੇ ਕਿਤੇ ਬਿਆਨ ਦਿੱਤਾ ਕਿ ਹਾਂ ਬਈ ਜਿਹੜੇ ਕਿਸਾਨ ਨੇ ਉਹ ਕਿਸਾਨ ਨਹੀਂ ਨੇ, ਉਹ ਤਾਂ ਖਾਲਿਸਤਾਨ ਦੀ ਡਿਮਾਂਡ ਕਰ ਰਹੇ ਲੋਕ ਨੇ, ਸੋ ਅਸੀਂ ਇਹਨਾਂ ਨੂੰ ਸਪੋਰਟ ਨਹੀਂ ਕਰਦੇ। ਸਭ ਨੂੰ ਪਤਾ ਕਿ ਹਾਂ ਵੀ ਜਿਹੜਾ ਅੰਦੋਲਨ ਹੈ ਨਿਰੋਲ ਅੰਦੋਲਨ ਹੈ। ਸੋ ਕਿਸਾਨਾਂ ਨੇ ਗੁੱਸਾ ਕੀਤਾ ਤੇ ਉਹਨਾਂ ਦੇ ਘਰ ਜਾ ਕੇ ਕਿੰਨਾ ਸਾਰਾ ਜਿਹੜਾ ਗੋਹਾ ਹੈ ਉਹ ਸੁੱਟ ਦਿੱਤਾ। ਸਿਰਫ ਗੋਹਾ ਸੁੱਟਿਆ ਤੇ ਨਾਅਰੇ ਲਾ ਦਿੱਤੇ ਕਿ ਹਾਂ ਬਈ ਜਿਹੜਾ ਕਿਸਾਨੀ ਅੰਦੋਲਨ ਹੈ ਜ਼ਿੰਦਾਬਾਦ, ਮਜ਼ਦੂਰ ਏਕਤਾ ਜ਼ਿੰਦਾਬਾਦ। ਬਟ ਉਸ ਤੋਂ ਬਾਅਦ ਜੀ ਫਿਰ ਸਾਰੇ BJP ਲੀਡਰ ਉੱਥੇ ਇਕੱਠੇ ਹੋ ਗਏ ਕਿ ਆਹ ਤਾਂ ਬੜੀ ਮਾੜੀ ਗੱਲ ਹੈ, ਲੋਕਤੰਤਰ ਦੇ ਵਿੱਚ ਜੇ ਕੋਈ ਆਵਾਜ਼ ਚੁੱਕਦਾ ਤੇ ਉਹਦੀ ਹੱਤਿਆ।
ਬਈ ਜਿਹੜੇ ਉੱਥੇ ਬੈਠੇ ਨੇ ਹੈ ਨਾ, ਤੇ ਉਹ ਜੇ ਆਪਣੀ ਆਵਾਜ਼ ਚੱਕ ਰਹੇ ਨੇ, ਤੁਸੀਂ ਉਹਦੀ ਹੱਤਿਆ ਨਹੀਂ ਕਰ ਰਹੇ, ਤੁਸੀਂ ਉਹਨਾਂ ਨੂੰ ਬਦਨਾਮ ਕਰ ਰਹੇ ਹੋ, ਤੁਸੀਂ ਉਹਨਾਂ ਨੂੰ ਆਤੰਕਵਾਦੀ ਕਹਿ ਰਹੇ ਹੋ, ਖਾਲਿਸਤਾਨੀ ਕਹਿ ਰਹੇ ਹੋ, ਐਂਟੀ ਨੈਸ਼ਨਲਿਸਟ ਕਹਿ ਰਹੇ ਹੋ। ਸੋ ਜੇ ਤੁਸੀਂ ਉੱਥੇ ਡਬਲ ਸਟੇਟਮੈਂਟ, ਡਬਲ ਸਟੈਂਡਰਡ ਜਿਹੜਾ ਬੀਜੇਪੀ ਦਾ ਇੱਥੇ ਸਾਹਮਣੇ ਆਉਂਦਾ। ਸੋ ਹੁਣ ਉਹਨਾਂ ਨੇ ਕੀ ਕੀਤਾ ਕਿ ਬਈ ਜਿਹੜੇ ਲੋਕਾਂ ਨੇ ਸੁੱਟਿਆ ਅਣਪਛਾਤੇ ਵਿਅਕਤੀਆਂ ਦੇ ਖਿਲਾਫ 6 ਧਾਰਾਵਾਂ ਹੈ ਨਾ, ਇੰਡੀਅਨ ਪੈਨਲ ਕੋਡ ਦੀਆਂ 6 ਧਾਰਾਵਾਂ, 307 ਅਟੈਂਪਟ ਟੂ ਮਰਡਰ, ਫਿਰ 506 ਕ੍ਰਿਮੀਨਲ ਇੰਟੀਮੀਡੇਸ਼ਨ, ਤੇ 323 ਵਲੰਟਰਲੀ ਕੋਸਿੰਗ ਹਰਟ, 148 ਰੋਇਟਿੰਗ, 149 ਅਨਲੌਫੁਲ ਅਸੈਂਬਲੀ, ਤੇ 452 ਹਾਊਸ ਟ੍ਰੈਸਪਾਸਿੰਗ। ਸੋ ਐਡੀਆਂ ਵੱਡੀਆਂ ਧਾਰਾਵਾਂ ਸਿਰਫ ਗੋਹਾ ਸੁੱਟਣ ਦੀ। ਮੈਂ ਤਾਂ ਕਹਿੰਦਾ ਅੱਜ ਕੱਲ੍ਹ ਨਾ ਖਹਿਰਾ ਸਾਹਿਬ ਗੋਹਾ ਮਿਲਦਾ ਨਹੀਂ ਸ਼ਹਿਰਾਂ ਦੇ ਵਿੱਚ ਹੈ ਨਾ, ਲੋਕਾਂ ਨੂੰ ਤਾਂ ਪਿੰਡਾਂ ਜਾ ਕੇ ਮੰਗਣਾ ਪੈਂਦਾ ਕਿ ਬਈ ਥੋੜ੍ਹਾ ਗੋਹਾ ਦੇ ਦਿਓ, ਕਿ ਘਰ ਥੋੜ੍ਹਾ ਲੇਪ ਲੂਪ ਕਰਨਾ ਵਾ, ਜਾਂ ਮੈਂ ਕਹਿੰਦਾ ਬਾਲਣ ਵਾਸਤੇ ਹੀ ਲੈਣਾ ਹੋਵੇ ਨਾ, ਤੁਸੀਂ Amazon ਦੀ ਸਾਈਟ ਤੇ ਚਲੇ ਜਾਓ, ਉੱਥੇ ਤੁਹਾਨੂੰ ਜਿਹੜੀਆਂ ਕਸਟਮਾਈਜ਼ ਪਾਥੀਆਂ ਮਿਲਦੀਆਂ। ਹਾਂ, ਸੋ ਮੈਂ ਕਹਿੰਦਾ ਇਹਨਾਂ ਨੂੰ ਤਾਂ ਸ਼ੁਕਰ ਮਨਾਉਣਾ ਚਾਹੀਦਾ ਕਿ ਬਈ ਕਿਸਾਨ ਉਹਨਾਂ ਦੇ ਹੋਮ ਡਿਲੀਵਰੀ ਕਰਕੇ ਗਏ ਨੇ, ਉਹ ਵੀ ਤਾਜ਼ੇ ਗੋਹੇ ਦੀਆਂ ਵਿਦਆਊਟ ਪੈਸੇ ਲਏ। ਸੋ ਖਹਿਰਾ ਸਾਹਿਬ ਇੱਥੇ ਤਾਂ ਉਹਨਾਂ ਨੂੰ ਸ਼ੁਕਰ ਗੁਜ਼ਾਰ ਕਰਨਾ ਚਾਹੀਦਾ ਕਿ ਹਾਂ ਵੀ ਇੱਕ ਤਾਂ ਫਰੈਸ਼ ਗੋਹਾ ਉਹਨਾਂ ਦੇ ਘਰ, ਉਹ ਵੀ ਵਿਦਆਊਟ ਮਤਲਬ ਕੋਈ ਡਿਲੀਵਰੀ ਚਾਰਜਸ ਨਹੀਂ ਲਏ। ਸੋ ਚਲੋ ਅੱਜ ਕੱਲ੍ਹ ਅਸੀਂ ਮਜ਼ਾਕ 'ਚ ਲੈ ਕੇ ਜਾ ਰਹੇ ਹਾਂ ਭਾਵੇਂ, ਪਰ ਤੁਸੀਂ ਦੇਖੋ ਕਿ ਇੱਕ ਜੀ ਚਲੋ ਹੋ ਸਕਦਾ ਕਿ ਤੁਹਾਨੂੰ ਲੱਗੇ ਕਿ ਹਾਂ ਕਿਸੇ ਦੇ ਘਰ ਅੰਦਰ ਵੜ ਕੇ ਇਹ ਕਰਨਾ ਉਹ ਕਰਨਾ, ਪਰ ਤੁਸੀਂ ਕਿੱਦਾਂ 307 ਅਟੈਂਪਟ ਟੂ ਮਰਡਰ ਤੁਸੀਂ ਕਿਵੇਂ ਲਾ ਸਕਦੇ ਹੋ? ਮੈਂ ਤੁਹਾਨੂੰ ਦੱਸ ਰਿਹਾ ਕਿ ਅਟੈਂਪਟ ਟੂ ਮਰਡਰ ਇਸ ਕਰਕੇ ਆ ਵੀ ਜਿਨ੍ਹਾਂ ਨੇ ਮਹਿਲਾ 'ਚ ਰਹਿਣਾ, ਅਲੀਸ਼ਾਲ ਪਰਫਿਊਮ ਪਾਉਣੇ ਆ, ਔਰ ਉਹਨਾਂ ਨੂੰ ਫਿਰ ਕਦੀ ਜੇ ਇੱਦਾਂ ਦੀ ਜਿਹੜੀ ਹੈ ਮੁਸ਼ਕ ਸਹਿਣਾ ਪਵੇ ਤਾਂ ਫਿਰ ਉਹਨਾਂ ਦੇ ਲਈ ਤਾਂ ਫਿਰ ਜੀ ਅਟੈਂਪਟ ਟੂ ਮਰਡਰ ਹੀ ਹੁੰਦਾ, ਅਗਲੇ ਦਾ ਕਤਲ ਹੋ ਸਕਦਾ ਇਸ ਚੀਜ਼ ਨਾਲ। ਸੋ ਇੱਕ ਦੇਖੋ ਇਹ ਗੱਲਾਂ ਨਹੀਂ ਹੈਗੀਆਂ ਇਕੱਲੀਆਂ, ਇਹਦੇ ਨਾਲ ਤੁਸੀਂ ਦੇਖੋ ਕਿ ਪੁਰਾਣੀ ਵੀਡੀਓ ਜਿਹੜੀ ਹੈ ਟਿਕਟੌਕ ਜਿਹੜਾ ਹੈ ਉਹਦੇ ਥੱਲੇ ਵਾਟਰ ਮਾਰਕ ਦਿਖਿਆ ਆ, ਉਹਦੇ ਤੇ ਕਿਸੇ ਜੀਓ ਦੇ ਟਾਵਰ ਨੂੰ ਅੱਗ ਲੱਗੀ ਹੋਈ ਆ। ਤਾਂ ਹੁਣ ਤੁਸੀਂ ਦੱਸ ਦੇਣਾ ਕਿ ਇਹੀ ਉਹ ਸਰਕਾਰ ਆ ਜਿਹੜੀ ਜੂਨ ਦੇ ਮਹੀਨੇ ਜਿਨ੍ਹਾਂ ਨੇ ਟਿਕਟੌਕ ਪਿਛਲੇ ਸਾਲ ਬੰਦ ਕਰ ਦਿੱਤੀ ਸੀਗੀ। ਇਸ ਕਰਕੇ ਬੰਦ ਕਰ ਦਿੱਤੀ ਸੀ ਕਿ ਚਾਈਨਾ ਨੂੰ ਜਵਾਬ ਦੇਣਾ, ਇਹਨਾਂ ਨੂੰ ਵੈਸੇ ਹੋਰ ਕੋਈ ਇਸ ਤਰੀਕੇ ਨਾਲ ਜਵਾਬ ਦੇਣਾ ਨਹੀਂ ਆਉਂਦਾ। ਨਹੀਂ ਇੱਕ ਨਿੰਦਾ ਵੀ ਕੀਤੀ ਸੀ, ਹਾਂ ਨਿੰਦਾ ਕਰਨੀ ਜਾਂ ਜਵਾਬ ਦੇ ਦਿੱਤਾ ਸੀਗਾ, ਠੀਕ ਹੈ, ਟਿਕਟੌਕ ਬੰਦ ਕਰਕੇ। ਉਹ ਦੇਖੋ ਜੇ ਇੰਨੇ ਮਤਲਬ ਤੁਸੀਂ ਇੰਨੇ ਕਿਵੇਂ ਤੁਸੀਂ ਦੇਖ ਸਕਦੇ ਹੋ, ਇੰਨੇ ਸੋਹਣੇ ਤਰੀਕੇ ਨਾਲ ਤੁਸੀਂ ਦੇਖੋ, ਤੁਹਾਡੀਆਂ ਅੱਖਾਂ ਦਿੱਤੀਆਂ ਰੱਬ ਨੇ ਤੁਹਾਨੂੰ ਦਿਸਦਾ ਨਹੀਂ ਕਿ ਉਹਦੇ ਉੱਤੇ ਟਿਕਟੌਕ ਦਾ ਵਾਟਰ ਮਾਰਕ ਲੱਗਾ ਹੋਇਆ, ਔਰ ਉਹ ਕਿਤੇ ਟਾਵਰ ਨੂੰ ਅੱਗ ਲੱਗੀ ਹੋਈ ਆ। ਤੇ ਜੀ ਉਹ ਵੀਡੀਓ ਅੱਜ ਕੱਲ੍ਹ ਥਾਂ ਤੇ ਵਾਇਰਲ ਹੋ ਰਹੀ ਹੈ ਜੀ ਕਿ ਪੰਜਾਬ ਦੇ ਵਿੱਚ ਜੀਓ ਦੇ ਟਾਵਰਸ ਦੇ ਨਾਲ ਆਹ ਹਾਲ ਹੋ ਰਿਹਾ। ਅਸੀਂ ਬਹੁਤ ਵਾਰ ਅਸੀਂ ਦੇਖੋ ਕਿਸਾਨੀ ਜਿਹੜੀ ਸੰਘਰਸ਼ ਕਮੇਟੀ ਆ, ਜਿਹੜੀ ਉੱਥੇ ਸੰਯੁਕਤ ਕਮੇਟੀ ਆ, ਉਹਨੇ ਸਟੇਜ ਤੋਂ ਕਿਹਾ ਵੀ ਕਿਤੇ ਨਾ ਕਿਤੇ ਸਾਨੂੰ ਇਦਾਂ ਦੇ ਕੰਮ ਕਰਨ ਦੀ ਕੋਈ ਲੋੜ ਨਹੀਂ ਹੈਗੀ। ਹਾਂ ਸ਼ੁਰੂ ਦੇ ਵਿੱਚ ਵੈਂਡਲਾਈਜ਼ ਕਰਨਾ ਸ਼ੁਰੂ ਕਰ ਦਿੱਤਾ ਸੀ ਜੀਓ ਦੇ ਟਾਵਰਸ ਨੂੰ। ਉੱਥੋਂ ਉਹਨਾਂ ਨੇ ਅਪੀਲ ਕੀਤੀ ਕਿ ਸਾਡਾ ਜਿਹੜਾ ਸੰਘਰਸ਼ ਹੈ ਉਹ ਸ਼ਾਂਤੀਪੂਰਵਕ ਹੈ ਤੇ ਸਾਨੂੰ ਇਦਾਂ ਦੇ ਕੰਮ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ। ਸੋ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੁੰਦਾ ਕਿ ਇਹ ਇਹਨਾਂ ਦੀ ਪੁਰਾਣੀ ਸਟ੍ਰੈਟਜੀ ਹੈ। ਸੋ ਇਹ ਜਿਹੜਾ ਸੰਘਰਸ਼ ਹੈ ਨਾ ਮੋਹਿਤ ਜੀ, ਇਹਦੀ ਖੂਬਸੂਰਤ ਗੱਲ ਇਹ ਹੈ ਕਿ ਇਹ ਹਰ ਪਾਸਿਓਂ ਸੰਪੂਰਨ ਲੱਗਦਾ ਹੈ। ਇਹਨਾਂ ਨੂੰ ਜਿਹੜੇ ਸੰਘਰਸ਼ ਕਰ ਰਹੇ ਨੇ ਸਾਡੇ ਕਿਸਾਨ ਭਾਈ, ਉਹਨਾਂ ਨੂੰ ਜਾਣਕਾਰੀ ਵੀ ਪੂਰੀ ਆ, ਉਹਨਾਂ ਨੇ ਲਾਅ ਵੀ ਕੀਤਾ ਹੋਇਆ, ਪੜ੍ਹੇ ਲਿਖੇ ਵੀ ਆ, ਤੇ ਜੇ ਗੱਲ ਕਰੀਏ ਉਹਨਾਂ ਦਾ ਆਈਟੀ ਸੈੱਲ, ਤੇ ਉਹਨਾਂ ਦਾ ਆਈਟੀ ਸੈੱਲ ਵੀ ਬਹੁਤ ਮਜ਼ਬੂਤ ਹੈ, ਔਰ ਇਸੇ ਸਦਕਾ ਜਿਹੜਾ ਹੈ ਕਿਸੇ ਵੱਲੋਂ ਇਸ ਨੂੰ ਹੱਥ ਨਹੀਂ ਪੈ ਰਿਹਾ, ਨਹੀਂ ਤਾਂ ਹੁਣ ਤੱਕ ਇਹਨਾਂ ਨੇ ਜਿਹੜਾ ਹੈ ਇਹਨੂੰ ਗੋਡਿਆਂ ਭਿਣੀ ਕਰ ਲੈਣਾ ਸੀਗਾ। ਖੈਰ ਸਾਹਿਬ ਭਾਵੇਂ ਆਈਟੀ ਸੈੱਲ ਹੋਵੇ ਤੇ ਭਾਵੇਂ ਕੋਈ ਵੀ ਸੈੱਲ ਹੋਵੇ ਹੈ ਨਾ, ਲੋਕੀ ਅੰਨੇ ਨਹੀਂ ਹੈਗੇ, ਲੋਕਾਂ ਨੂੰ ਸਾਫ਼ ਦਿਖ ਰਿਹਾ ਹੈ ਕਿ ਹਾਂ ਵੀ ਜਿਹੜਾ ਕਿਸਾਨੀ ਜਿਹੜਾ ਅੰਦੋਲਨ ਹੈ ਜੋ ਕਿ ਇਸ ਵਕਤ ਲੋਕ ਅੰਦੋਲਨ ਬਣ ਚੁੱਕਿਆ, ਉਹਦੇ ਵਿੱਚ ਕਿਸਾਨਾਂ ਦੀ ਕੀ ਦਸ਼ਾ ਹੈ ਤੇ ਕੇਂਦਰ ਸਰਕਾਰ ਜੋ ਕਿ ਪਾਵਰਫੁੱਲ ਹੈ ਉਹ ਕੀ ਕੁਝ ਕਰ ਰਹੀ ਹੈ। ਐਸੇ ਕਰਕੇ ਜੇਕਰ ਗੱਲ ਕਰੀਏ ਤਾਂ ਜਿਹੜੇ ਹਰਿਆਣਾ ਦੇ ਜਿਹੜੇ ਸੀਐਮ ਨੇ ਮਨੋਹਰ ਲਾਲ ਖੱਟੜ, ਜਿਹੜੀ ਖੱਟੀਆਂ ਗੱਲਾਂ ਕਰਦੇ ਨੇ, ਉਹਨਾਂ ਨੇ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀਗਾ ਉਦੋਂ ਵੀ ਆਪਣੀ ਔਕਾਤ ਦਿਖਾ ਦਿੱਤੀ ਸੀਗੀ। ਉਦੋਂ ਵੀ ਜੋ ਵੀ ਤਸ਼ੱਦਦ ਢਾਉਣ ਦੀ ਕੋਸ਼ਿਸ਼ ਕੀਤੀ ਸੀ, ਚਾਹੇ ਉਹਨਾਂ ਨੇ ਪਾਣੀ ਦੇ ਫੁਹਾਰੇ ਛੱਡੇ ਹੋਣ, ਭਾਵੇਂ ਉਹਨਾਂ ਨੇ ਵੱਡੇ ਜਿਹੜੇ ਬੈਰੀਕੇਡਸ ਨੇ ਉਹ ਲਗਾ ਦਿੱਤੇ ਹੋਣ, ਕਿਸਾਨਾਂ ਨੇ ਉਹ ਵੀ ਟੱਪ ਲਏ। ਹਰਿਆਣਾ ਦੇ ਕਿਸਾਨਾਂ ਨੇ ਸਭ ਤੋਂ ਵਧੀਆ ਸਾਥ ਦਿੱਤਾ ਸੀਗਾ ਕਿ ਹਾਂ ਵੀ ਐ ਜਾਓ, ਇੱਧਰੋਂ ਨਹੀਂ ਉੱਧਰੋਂ ਜਾਓ, ਹਨਾ। ਉਹ ਕਹਿੰਦੇ ਸੀਗੇ ਵੀ ਸਾਡੇ ਤਾਂ ਹਰਿਆਣਾ ਦਾ ਕਿਸਾਨ ਇਹ ਹੋ ਹੀ ਨਹੀਂ ਸਕਦਾ। ਫਿਰ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕਿ ਇਹ ਕਿਸਾਨ ਉਹੀ ਆ, ਤੁਸੀਂ ਪਛਾਣਨ 'ਚ ਗਲਤੀ ਕਰ ਲਈ ਆ। ਤੇ ਈਵਨ ਜੇ ਹੁਣ ਤਾਂ ਖਾਸ ਕਰਕੇ ਤਾਂ ਪਤਾ ਲੱਗ ਗਿਆ ਹੋਣਾ ਕਿ ਉੱਥੋਂ ਦੀ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਜਿਹੜਾ ਰਿਜ਼ਲਟ ਹੈ ਨਾ, ਹੁਣ ਸੋਚਦੇ ਨੇ ਕਿ ਹਾਂ ਯਾਰ ਸ਼ਾਇਦ ਉਹ ਕਿਸਾਨ ਵੀ ਹੋਏਗਾ, ਕਿਉਂਕਿ ਬੜੀ ਵੱਡੀ ਇੱਕ ਚਪੇੜ ਜਿਹੜੀ ਹੈ ਅਸੀਂ ਕਹਿ ਸਕਦੇ ਕਿ ਹਾਂ ਵੀ ਉੱਥੇ ਉਹਨਾਂ ਨੂੰ ਸਰਕਾਰ ਨੂੰ ਮਿਲ ਚੁੱਕੀ ਹੈ, ਕਿਉਂਕਿ ਜੋ ਉਹਨਾਂ ਨੇ ਕੀਤਾ ਐਂਡ ਜੋ ਹੁਣ ਰੈਗੂਲਰ ਕਰ ਰਹੇ ਨੇ। ਕਿਉਂਕਿ ਅਸੀਂ ਮੈਂ ਗੱਲ ਕਰ ਰਿਹਾ ਕਿ ਕੱਲ ਗਾਜ਼ੀਪੁਰ ਦੇ ਵਿੱਚ ਜਿਹੜਾ ਕਿਸਾਨਾਂ ਦੇ ਉੱਪਰ ਜਿਹੜੀ ਟੀਅਰ ਸ਼ੈਲ ਕੀਤੀ ਹੈ ਇਹਨਾਂ ਨੇ ਉੱਪਰ ਰੈਗੂਲਰ ਕੀਤੀ ਹੈ, ਜਿਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਇੱਕ ਨੇਤਾ ਨੇ ਉਹਨਾਂ ਨੇ ਬਿਆਨ ਦਿੱਤਾ ਕਿ ਬਈ ਇਹ ਤਾਂ ਜਨਰਲ ਡਾਇਰ ਵਾਲਾ ਕੰਮ ਹੋ ਗਿਆ, ਹੈ ਨਾ। ਤੁਸੀਂ ਨਿਹੱਥੇ ਲੋਕਾਂ ਦੇ ਉੱਤੇ ਜਿਹੜੇ ਸਿੰਪਲ ਜਾ ਰਹੇ ਨੇ, ਤੁਸੀਂ ਉਹਨਾਂ ਦੇ ਉੱਪਰ ਜੀ ਹਾਂ ਵੀ ਟੀਅਰ ਸ਼ੈਲ ਕਰ ਰਹੇ ਹੋ, ਕੋਈ ਕੁਛ ਵਾਇਲੈਂਸ ਨਹੀਂ, ਕੋਈ ਕੁਛ ਨਹੀਂ। ਤੁਸੀਂ ਕਿਵੇਂ ਇੱਕ ਲੋਕਤੰਤਰ ਪੂਰੇ ਦੇਸ਼ ਦੇ ਵਿੱਚ ਜੋ ਕਿ ਬੰਦਾ ਆਪਣੀ ਆਵਾਜ਼ ਚੁੱਕ ਰਿਹਾ, ਜੇ ਕੋਈ ਕਿਤੇ ਇਕੱਠਾ ਹੋ ਰਿਹਾ, ਕਿਸੇ ਕੋਲ ਤੇ ਜਾ ਰਹੇ ਨੇ, ਤੁਸੀਂ ਕਿਵੇਂ ਉਹਨਾਂ ਉੱਪਰ ਹਮਲਾ ਕਰ ਸਕਦੇ ਹੋ? ਸੋ ਲੋਕਤੰਤਰ ਦੀ ਜਿਹੜੀ ਹੱਤਿਆ ਹੈ, ਉਹ ਜਿਹੜੀ ਪਾਵਰ ਵਿੱਚ ਬੈਠੀ ਹੋਈ ਸਰਕਾਰ ਹੈ, ਜੋ ਕਿ ਦੁਨੀਆ ਦੀ ਸਭ ਤੋਂ ਵੱਡੀ ਇਹੋ ਜਿਹੀ ਪਾਰਟੀ ਜਿਹਨਾਂ ਨੇ ਸਭ ਤੋਂ ਜ਼ਿਆਦਾ ਜਿਹੜੇ ਲੀਡਰ ਨੇ ਪਾਵਰ ਵਿੱਚ ਨੇ, ਉਹ ਅਜਿਹਾ ਕੰਮ ਕਰ ਰਹੀ ਹੈ। ਸੋ ਤੁਸੀਂ ਸੋਚ ਸਕਦੇ ਹੋ ਕਿ ਲੋਕਤੰਤਰ ਦੀ
ਕਿਹੋ ਜਿਹੀ ਹਾਲਤ ਹੈ। ਵਾਕਈ ਮੋਹਿਤ ਜੀ, ਸ਼ੁਰੂ ਦੇ ਵਿੱਚੋਂ ਹੀ ਇਹ ਜਿਹੜੀ ਸਰਕਾਰ ਹੈ ਇਹ ਇਦਾਂ ਦਾ ਜਿਹੜਾ ਹੈ ਇਹਦਾ ਨਜ਼ਰੀਆ ਰਿਹਾ ਹੈ। ਕਿਤੇ ਨਾ ਕਿਤੇ ਅਸੀਂ ਦੱਸ ਦਈਏ, ਸਾਡੀ ਜਿਹੜੀ ਦੇਖਣ ਵਾਲੀ ਆਡੀਅנס ਹੈ, ਕਿ ਇਹ ਜਿਹੜੀ ਸ਼ੁਰੂ ਤੋਂ ਗਵਰਨਮੈਂਟ ਰਹੀ ਹੈ ਲੋਕਤੰਤਰ ਦੇ ਹੱਕ ਦੇ ਵਿੱਚ ਨੇ ਰਹੇ। ਇਹਨਾਂ ਨੇ ਆਰਡੀਨੈਂਸਾਂ ਦਾ ਦੌਰ ਜਿਹੜਾ ਹੈ ਉਹ ਲਿਆਂਦਾ। ਪਹਿਲਾਂ ਇਦਾਂ ਦੀ ਕੋਈ ਸਰਕਾਰ ਨਹੀਂ ਜਿਹੜੀ ਐਡੇ ਆਰਡੀਨੈਂਸ ਲੈ ਕੇ ਆਉਂਦੀ ਹੈ। ਦੇਖੋ, ਜਦੋਂ ਲੋਕਾਂ ਨੂੰ ਆਪੋ ਧਾ ਪਈ ਸੀ ਕਰੋਨਾ ਵਾਇਰਸ ਦੀ, ਇਹਨਾਂ ਨੇ ਆਰਡੀਨੈਂਸ ਲਿਆਂਦੇ। ਇਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਅਸੀਂ ਇੱਦਾਂ ਹੀ ਲੁਕ ਛੁਪ ਕੇ ਨਿਕਲ ਜਾਵਾਂਗੇ। ਹੋਰ ਬਹੁਤ ਸਾਰੇ ਆਰਡੀਨੈਂਸ ਨੇ, ਹੋਰ ਬਹੁਤ ਸਾਰੇ ਐਕਟ ਨੇ ਜਿਹੜੇ ਇਹਨਾਂ ਦੇ ਇਹਦਾ ਲੱਗਦਾ ਹੈ ਕਿ ਜਰਨਲ ਡਾਇਰ ਵਰਗੇ ਨੇ। ਜਿਹੜਾ ਆਪਾਂ ਕਹਿ ਲਈਏ ਕਿ ਪਬਲਿਕ ਸੇਫਟੀ ਐਕਟ ਹੈ, ਉਹ ਵੀ ਕਿਤੇ ਨਾ ਕਿਤੇ ਇਹੀ ਲੱਗਦਾ ਕਿ ਇਹਨਾਂ ਨੇ ਆਪਣੀ ਮਨਸ਼ਾ ਲਈ ਲੈ ਕੇ ਆਂਦਾ। ਸੋ ਹੁਣ ਜਿਹੜੀ ਗੱਲ ਹੈ ਉਹ ਇਹ ਹੈ ਕਿ ਅੱਜ ਦੀ ਮੀਟਿੰਗ ਉੱਤੇ ਜਿਹੜਾ ਹੈ ਸਾਨੂੰ ਸਾਰਿਆਂ ਨੂੰ ਉਮੀਦਾਂ ਆ ਕਿ ਉਹਦੇ ਵਿੱਚੋਂ ਕੀ ਨਿਕਲ ਕੇ ਆਉਂਦਾ ਹੈ। ਸੋ ਅੱਜ ਦੀ ਜਿਹੜੀ ਮੀਟਿੰਗ ਦੀ ਅਪਡੇਟ ਅਸੀਂ ਆਪਣੇ ਚੈਨਲ ਰਾਹੀਂ ਤੁਹਾਨੂੰ ਜ਼ਰੂਰ ਦੇਵਾਂਗੇ। ਤੁਸੀਂ ਸਾਡਾ ਪ੍ਰੋਗਰਾਮ ਜਿਹੜਾ ਹੈ ਇੰਜੋਏ ਕਰ ਸਕਦੇ ਹੋ YouTube ਚੈਨਲ ਦੇ ਉੱਪਰ ਵੀ ਜਾ ਕੇ। ਸਾਡੇ YouTube ਚੈਨਲ ਦਾ ਨਾਮ ਹੈ ਪੰਜਾਬ ਮਿਲ USA TV। ਇਸ ਤੋਂ ਇਲਾਵਾ ਤੁਸੀਂ ਸਾਡੀ ਜਿਹੜੀ ਮੋਬਾਈਲ ਐਪਲੀਕੇਸ਼ਨ ਹੈ ਪੰਜਾਬ ਮਿਲ USA, ਉਸ ਨੂੰ ਵੀ ਡਾਊਨਲੋਡ ਕਰ ਸਕਦੇ ਹੋ। ਸੋ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਖਤਮ ਕਰਦੇ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।